ਦੀ ਦਿਹਾੜੇ ਚੱਲ ਰਹੇ ਹਨ। ਆਪ ਜੀ ਨੇ ਕੱਲ ਦਾ ਜੋ ਇਤਿਹਾਸ 8 ਪੋਹ ਦਾ ਵੱਡੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੁਝਾਰ ਸਿੰਘ ਜੋ ਇਸ ਜੰਗ ਦੇ ਵਿੱਚ ਚਮਕੌਰ ਦੀ ਗੜੀ, ਕੱਚੀ ਗੜੀ ਵੀ ਆਖਦੇ ਨੇ, ਚਮਕੌਰ ਸਾਹਿਬ ਅੱਜ ਕੱਲ੍ਹ ਸੰਗਤਾਂ ਸਤਿਕਾਰ ਦੇ ਨਾਲ ਇਸ ਪਾਵਨ ਅਸਥਾਨ ਨੂੰ ਆਖਦੀਆਂ ਹਨ। ਇੱਥੇ ਸ਼ਹੀਦ ਹੋਏ ਇਹ ਸਾਰਾ ਪ੍ਰਸੰਗ ਸਰਵਣ ਕੀਤਾ। ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦਾ ਭੋਗ ਪਾਇਆ, ਉਪਰੰਤ ਸ਼ਸਤਰਾਂ ਦੇ ਨਾਲ ਸਜ ਧਜ ਕੇ ਮੈਦਾਨੇ ਜੰਗ ਦੇ ਵਿੱਚ ਉਤਰੇ। ਉਹ ਥੋੜਾ ਜਿਹਾ ਪ੍ਰਸੰਗ ਦਾਸ ਨੇ ਕੱਲ ਸਕਿਪ ਕਰ ਦਿੱਤਾ ਸੀ ਕਿ ਕਿਤੇ ਮੈਂ ਪਛੜ ਨਾ ਜਾਵਾਂ। ਜੋ ਸਾਹਿਬਜ਼ਾਦਿਆਂ ਦਾ ਮੈਦਾਨੇ ਜੰਗ ਦੇ ਵਿੱਚ ਉਤਰਨਾ ਤੇ ਵੈਰੀ ਨੂੰ ਛੋਲੇ ਦੇ ਚਨੇ ਚਬਾਣੇ ਇਹ ਜ਼ਰੂਰੀ ਸੀ। ਸੋ ਇੱਥੋਂ ਆਪਾਂ ਅੱਜ ਸ਼ੁਰੂ ਕਰਾਂਗੇ। ਤੇ ਜਿਹੜਾ ਇਤਿਹਾਸ ਦਾ ਦੂਜਾ ਪਹਿਲੂ ਹੈ, ਕਿਉਂਕਿ ਇੱਥੋਂ ਇਤਿਹਾਸ ਦੇ 3 ਪਹਿਲੂ ਬਣ ਜਾਂਦੇ ਨੇ। ਇੱਕ ਪਹਿਲੂ ਮਾਤਾ ਸੁੰਦਰ ਕੌਰ, ਮਾਤਾ ਜੀਤ ਕੌਰ ਦਿੱਲੀ ਨੂੰ ਚਲੇ ਜਾਂਦੇ ਨੇ। ਦੂਜਾ ਪਹਿਲੂ ਜੋ ਆਪ ਜੀ ਨੇ ਕੱਲ ਸਰਵਣ ਕੀਤਾ ਸੀ। ਤੀਸਰਾ ਪਹਿਲੂ ਜਿਹੜਾ ਹੈ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਤੱਕ ਦਾ ਜੋ ਸਫ਼ਰ ਹੈ। 10ਵੇਂ ਪਾਤਸ਼ਾਹ ਚਮਕੌਰ ਦੀ ਗੜੀ ਨੂੰ ਛੱਡ ਕੇ ਗਏ। ਇਹ ਅੱਗੇ ਮਾਛੀਵਾੜੇ ਦੇ ਜੰਗਲਾਂ ਨੂੰ ਨਿਕਲ ਗਏ। ਇਹ ਕੱਲ ਵਾਲੇ ਪਹਿਲੂ ਦੇ ਨਾਲ ਜੁੜਦਾ ਹੈ, ਉਹਨੂੰ ਆਪਾਂ ਬਾਅਦ ਦੇ ਵਿੱਚ ਵਿਚਾਰਾਂਗੇ। ਅੱਜ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਜੋ ਮੈਦਾਨੇ ਜੰਗ ਦੇ ਵਿੱਚ ਵੈਰੀ ਨੂੰ ਤਲਵਾਰ ਦਾ ਜੋ ਵਿਖਾਉਂਦੇ ਨੇ, ਉਹ ਪ੍ਰਸੰਗ ਤੇ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਜੀ ਦੇ ਨਾਲ ਖੇੜੀ ਤੱਕ ਦਾ ਜਿਹੜਾ ਸਫ਼ਰ ਇੱਕ ਕੋਸ਼ਿਸ਼ ਕਰਾਂਗੇ ਕਿ ਇਹ ਵਿਚਾਰਿਆ ਜਾਏ। ਸੋ ਜਿਸ ਵਕਤ ਧੰਨ ਗੁਰੂ ਜੀ ਸ਼ਸਤਰਾਂ ਦੇ ਨਾਲ ਸਜ ਧਜ ਕੇ ਮੈਦਾਨੇ ਜੰਗ ਦੇ ਵਿੱਚ ਉਤਰੇ ਨੇ, ਉਸ ਵਕਤ ਦਾ ਜੋ ਪ੍ਰਸੰਗ ਹੈ ਅੱਲਾ ਯਾਰ ਖਾਨ ਜੋਗੀ ਇਸ ਪ੍ਰਕਾਰ ਲਿਖਦਾ ਹੈ ਜੀ। ਵਹ ਦੇਖੋ ਰਨ ਮੇਂ ਤੇਗ ਬਹਾਦਰ ਕਾ ਲਾਲ ਹੈ। ਅੱਲਾ ਯਾਰ ਖਾਨ ਜੋਗੀ ਲਿਖਦਾ ਵੀ ਸੱਚੇ ਸਤਿਗੁਰ ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ। ਵਹ ਦੇਖੋ ਰਨ ਮੇਂ ਸਰਵਰੇ ਪਿਛ ਕਾਲ ਹੈ। ਸਰਵਰੇ ਕਹਿੰਦੇ ਨੇ ਸਰਦਾਰ ਨੂੰ, ਕਹਿੰਦਾ ਉਹ ਵੇਖੋ ਫੌਜ ਦਾ ਸਰਦਾਰ ਅੱਜ ਮੈਦਾਨੇ ਜੰਗ ਦੇ ਵਿੱਚ ਉਤਰਿਆ ਹੈ ਜੀ। ਤਲਵਾਰ ਦਸਤ ਰਾਸਤ ਮੇਂ ਹੈ, ਚਪ ਮੇਂ ਢਾਲ ਹੈ। ਸੱਜੇ ਹੱਥ ਦੇ ਵਿੱਚ ਤਲਵਾਰ ਤੇ ਖੱਬੇ ਹੱਥ ਦੇ ਵਿੱਚ ਢਾਲ ਪਕੜਿਆ ਹੋਇਆ ਹੈ। ਸੂਰਜ ਕੇ ਸਰਪ ਬਦਰ ਵੀ ਹੈ ਔਰ ਹਿਲਾਲ ਹੈ। ਜਿਵੇਂ ਸੂਰਜ ਵੀ ਚੜ੍ਹਿਆ ਹੋਵੇ ਦਿਨ ਦੇ ਸਮੇਂ, ਆਪ ਜੀ ਨੇ ਕਈ ਵਾਰੀ ਵੇਖਿਆ ਸੀ, ਤੇ ਚੰਦ ਵੀ ਦਿਨੇ ਕਈ ਵਾਰੀ ਵੇਖਣ ਨੂੰ ਮਿਲ ਜਾਂਦਾ ਹੈ। ਚੰਦ ਵੀ ਚੜ੍ਹਿਆ ਹੋਵੇ, ਉਸ ਦ੍ਰਿਸ਼ ਦਾ ਜਿਹੜਾ ਨਜ਼ਾਰਾ ਹੈ ਇੱਕ ਵੱਖਰਾ ਹੁੰਦਾ ਹੈ। ਹੁਣ ਅੰਦਰ ਰੂਹ ਹੈ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਨਾਲ ਜੁੜੀ ਹੈ। ਅੰਦਰੋਂ ਸਹਿਜ ਅਵਸਥਾ ਹੈ ਤੇ ਬਾਹਰੋਂ ਵੀਰ ਰਸ ਬਣਿਆ ਹੋਇਆ ਹੈ ਜੀ। ਸ਼ਮਸ਼ੀਰ ਜਬ ਹਿਲਾਈ ਤੋ ਬਿਜਲੀ ਚਮਕ ਗਈ। ਜਿਸ ਵਕਤ ਗੁਰੂ ਮਹਾਰਾਜ ਜੀ ਤੇਗ ਚਲਾਉਂਦੇ ਨੇ ਤੇ ਬਿਜਲੀ ਦੀ ਵਿੱਚੋਂ ਚਮਕਦੀ ਤਰ੍ਹਾਂ ਚਮਕ ਨਿਕਲਦੀ ਹੈ। ਦਹਿਸ਼ਤ ਤੇ ਸਾਰੀ ਫੌਜ ਉਦੋਂ ਕੀ ਦਬਕ ਗਈ। ਸੱਚੇ ਸਤਿਗੁਰ ਦਾ ਇਤਨਾ ਵੱਡਾ ਪ੍ਰਭਾਵ ਦਹਿਸ਼ਤ ਪਿਆ ਕਿ ਜਿਹੜੀ ਵੈਰੀ ਦੀ ਫੌਜ ਸੀ ਉਹ ਸਾਰੀ ਦੀ ਸਾਰੀ ਜਿਹੜੀ ਸੀ ਘਬਰਾ ਗਈ ਹੈ ਜੀ। ਸਤਿਗੁਰ ਕੋ ਦੇਖ ਪੜ ਗਈ, ਦੁਸ਼ਮਨ ਮੇਂ ਖਬ ਲਈ। ਸੱਚੇ ਸਤਿਗੁਰ ਨੂੰ ਮੈਦਾਨੇ ਜੰਗ ਦੇ ਵਿੱਚ ਉਤਰਿਆ ਵੈਰੀਆਂ ਦੇ ਵਿੱਚ ਖਲਬਲੀ ਭਾਵ ਭਾਜੜ ਪੈ ਗਈ ਹੈ ਜੀ। ਨਾਜ਼ਮ ਕੋ ਇਜ਼ਤ ਰਾਗ ਥਾ, ਰਾਜੋ ਕੇ ਬੇਕਲੀ। ਜਿਹੜੇ ਨਾਜ਼ਮ ਸੀ ਉਹ ਵੀ ਪਰੇਸ਼ਾਨ ਹੋ ਗਏ ਨੇ, ਭਾਵ ਪਹਾੜੀ ਲੋਕ ਜਿਹੜੇ ਆਪਣੇ ਰਾਜਿਆਂ ਦੇ ਨਾਲ ਫੌਜ ਦੇ ਰੂਪ ਦੇ ਵਿੱਚ ਆਏ ਸਨ, ਅੱਜ ਉਹ ਵੀ ਪਰੇਸ਼ਾਨ ਹੋ ਗਏ ਨੇ। ਤੇ ਰਾਜੇ ਨੇ ਜਿਹੜੇ
ਉਹ ਵੀ ਬੜੇ ਹੈਰਾਨ ਹੋ ਗਏ ਹਨ। कहते थे इनकी जब कभी तलवार है चली। ਹੁਣ ਆਪਸ ਦੇ ਵਿੱਚ ਵਿਚਾਰਾਂ ਕਰਦੇ ਨੇ, ਜਿਸ ਵਕਤ ਵੀ ਸੱਚੇ ਸਤਿਗੁਰ ਨੇ ਤਲਵਾਰ ਚਲਾਈ ਹੈ ਜੀ, सर लेके फिर हजारों के ही है बला टली। ਤੇ ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੈਰੀਆਂ ਦੇ ਸਿਰ ਲੈ ਕੇ ਹੀ ਇਹ ਮਿਆਨ ਦੇ ਵਿੱਚ ਪੈਂਦੀ ਹੈ। जानो की खैर चाहते हो मिलके को घेर लो। ਹੁਣ ਵਿਚਾਰ ਕਰਦੇ ਨੇ ਵੀ ਜੇ ਅਸੀਂ ਆਪਣੇ ਆਪ ਦੀ ਜਾਨ ਦੀ ਖੈਰ ਚਾਹੁੰਦੇ ਆ ਤੇ ਫਿਰ ਸਾਨੂੰ ਸਾਰਿਆਂ ਨੂੰ ਰਲ ਕੇ ਘੇਰ ਲੈਣਾ ਚਾਹੀਦਾ ਹੈ। किस्मत चली है हाथ से फिर इसको फेर लो। ਤੇ ਨਹੀਂ ਤਾਂ ਫਿਰ ਕਿਸਮਤ ਦੇ ਨਾਲ ਗੁਰੂ ਮਹਾਰਾਜ ਜੀ ਸਾਨੂੰ ਕਿਲੇ ਦੇ ਵਿੱਚੋਂ ਬਾਹਰ ਮਿਲੇ ਨੇ, ਇਹ ਨਹੀਂ ਮਿਲਣਗੇ, ਇਸ ਕਰਕੇ ਇਸ ਨੂੰ ਸੰਭਾਲਣਾ ਕਰੋ ਜੀ। सुनकर यह बात टूट पड़े मिलके अहल की। ਜਿੰਨੇ ਵੀ ਸ਼ਰਾਰਤੀ ਸਨ ਉਹ ਇਸ ਗੱਲ ਨੂੰ ਇੱਕ ਦੂਜੇ ਤੋਂ ਸੁਣ ਕੇ ਤੇ ਸਾਰੇ ਟੁੱਟ ਕੇ ਜਥੇ ਦੇ ਉੱਤੇ ਪੈ ਗਏ ਹਨ। हमला क्या वो सख्त के थरा गई जमीन। ਇਹਨਾਂ ਸਾਰਿਆਂ ਨੇ ਇਤਨੇ ਜ਼ੋਰ ਦਾ ਹਮਲਾ ਕੀਤਾ ਹੈ ਕਿ ਧਰਤੀ ਹੈ ਜਿਹੜੀ ਉਹ ਵੀ ਕੰਬ ਉੱਠੀ ਹੈ। हो जाता जेर इस घड़ी रुस्तम भी बिल गई। ਉਸ ਵਕਤ ਜੇਰ ਦਾ ਅਰਥ ਹੁੰਦਾ ਹੈ ਮਰ ਜਾਣਾ। ਉਸ ਵਕਤ ਜਿਹੜਾ ਰੁਸਤਮ ਉਹਨੂੰ ਕਹਿੰਦੇ ਨੇ ਜਿਨਨੇ ਸਾਰਿਆਂ ਨੂੰ ਹਰਾਇਆ ਹੋਵੇ। ਜਿਵੇਂ ਇਹ ਖਿਤਾਬ ਦਾਰਾ ਸਿੰਘ ਨੂੰ ਮਿਲਿਆ ਸੀ, ਇਸ ਨੇ ਹਿੰਦੁਸਤਾਨ ਦੇ ਵਿੱਚ ਸਾਰੇ ਪਹਿਲਵਾਨਾਂ ਨੂੰ ਹਰਾ ਦਿੱਤਾ ਸੀ, ਸਾਰਿਆਂ ਨੂੰ ਇਸ ਨੇ ਜਿੱਤ ਲਿਆ ਸੀ। ਅੱਜ ਜੇ ਸੰਸਾਰ ਦਾ ਜੇਤੂ ਵੀ ਅੱਗੇ ਆਉਂਦਾ ਤੇ ਉਸਨੇ ਵੀ ਮਰ ਜਾਣਾ ਸੀ। नरगा में आके सतगुरु घबराए तक नहीं। ਨਰਗਾ ਕਹਿੰਦੇ ਨੇ ਕਿਸੇ ਦੇ ਨਾਲ ਧੋਖਾ ਕਰ ਲੈਣਾ, ਕਹਿਣਾ ਕੁਝ ਹੋਰ ਤੇ ਕਰਨਾ ਕੁਝ ਹੋਰ। ਪਹਾੜੀ ਰਾਜਿਆਂ ਤੇ ਤੁਕਰਾਨੀ ਫੌਜਾਂ ਨੇ ਕਿਹਾ ਕੁਝ ਹੋਰ ਸੀ ਤੇ ਕੀਤਾ ਕੁਝ ਹੋਰ ਹੈ, ਝਾਂਸਾ ਦਿੱਤਾ ਹੈ, ਧੋਖਾ ਦਿੱਤਾ ਹੈ, ਪਰ ਗੁਰੂ ਮਹਾਰਾਜ ਜੀ ਫਿਰ ਵੀ ਨਹੀਂ ਘਬਰਾਏ ਹਨ। एक ढाल हजारों के रोके हजार बार। ਹੁਣ ਇੱਕ ਢਾਲੇ ਜਿਹੜੀ ਉਹਦੇ ਤੇ ਹਜ਼ਾਰਾਂ ਵਾਰ ਰੋਕ ਰਹੇ ਹਨ। तलवार जब उठाई तो भागे कतार बार। ਤੇ ਜਦੋਂ ਗੁਰੂ ਮਹਾਰਾਜ ਜੀ ਨੇ ਜੋਸ਼ ਦੇ ਵਿੱਚ ਤਲਵਾਰ ਨੂੰ ਚਲਾਇਆ ਤੇ ਫਿਰ ਜਿਹੜੇ ਹਮਲਾ ਕਰਕੇ ਆਏ ਸਨ ਇਹ ਮਤਾ ਕਰਕੇ ਵੀ ਸਾਰੇ ਇਕੱਠੇ ਹੋ ਕੇ ਪੈ ਜਾਵੋ ਤੇ ਅੱਜ ਗੁਰੂ ਜੀ ਨੂੰ ਆਪਾਂ ਪਕੜ ਲੈਣਾ। ਉਹਨਾਂ ਨੂੰ ਭਾਜੜਾਂ ਪੈ ਗਈਆਂ ਨੇ, ਮੁੜ ਪਏ ਹਨ ਜੀ। कहने लगे गुरु तो जियाल बला के हैं। ਸਿਆਲ ਕਹਿੰਦੇ ਨੇ ਬੜੇ ਬਹਾਦਰ ਨੂੰ ਕਹਿਣ ਲੱਗੇ ਵੀ ਗੁਰੂ ਮਹਾਰਾਜ ਜੀ ਨਹੀਂ ਫੜੇ ਜਾਂਦੇ, ਇਹ ਬੜੇ ਬਹਾਦਰ ਨੇ, ਬੜਾ ਇਹਨਾਂ ਵਿੱਚ ਬਲ ਹੈ। सब दायो काट जात ने फने दगा के हैं। ਇਹ ਮੈਦਾਨੇ ਜੰਗ ਦੇ ਵਿੱਚ ਜੋ ਤਲਵਾਰ ਚਲਾਉਣੀ ਹੈ ਉਹ ਸਾਰੇ ਦਾ ਪੇਚ ਜਾਣਦੇ ਹਨ। गरीब सलाहो कुल हैं तो रन में लड़का है। ਸੁਲਹ ਕੁਲ ਕਹਿੰਦੇ ਨੇ ਸੁਖ ਦੇਣ ਵਾਲੇ ਨੂੰ, ਮਿਲ ਵਰਤਨ ਰੱਖਣ ਵਾਲੇ ਨੂੰ। ਜਦੋਂ ਸੱਚੇ ਸਤਿਗੁਰ ਗੱਦੀ ਦੇ ਉੱਤੇ ਬੈਠੇ ਹੁੰਦੇ ਨੇ ਉਦੋਂ ਸਾਰਿਆਂ ਨੂੰ ਸੁਖ ਦਿੰਦੇ ਨੇ। ਜਦੋਂ ਹੁਣ ਮੈਦਾਨੇ ਜੰਗ ਦੇ ਵਿੱਚ ਉਤਰੇ ਨੇ ਤੇ ਬੜੇ ਲੜਾਕੂ ਹਨ। बढ़ चढ़ के बादशाहों से बंदे खुदा के हैं। ਜਿਹੜੇ ਰੱਬ ਦੇ ਬੰਦੇ ਹੁੰਦੇ ਨੇ ਉਹ ਬਾਦਸ਼ਾਹਾਂ ਤੋਂ ਕਿਤੇ ਅੱਗੇ ਹੁੰਦੇ ਹਨ ਜੀ। हम तो समझ रहे थे पकड़ लेंगे आन में। ਆਣ ਦਾ ਅਰਥ ਹੁੰਦਾ ਮਾਮੂਲੀ ਤਰੀਕੇ ਦੇ ਨਾਲ ਐਵੇਂ ਤੁਰੇ ਜਾਂਦੇ ਨੂੰ ਬਾਹ ਤੋਂ ਪਕੜ ਲੈਣਾ। ਪਹਾੜੀ ਰਾਜੇ ਤੇ ਵਜ਼ੀਰ ਖਾਂ ਸੋਚਦਾ ਵੀ ਅਸੀਂ ਤਾਂ ਸੋਚਿਆ ਸੀ ਤੁਰਿਆ ਜਾਂਦਿਆਂ ਨੂੰ ਬਾਹ ਤੋਂ ਪਕੜ ਲਵਾਂਗੇ। ਸਾਬਤ ਹੋਈ ਐ ਸ਼ੇਰ ਮਗਰ ਇਮਤਿਹਾਨ ਮੈਂ। ਜਦੋਂ ਹੁਣ ਇਮਤਿਹਾਨ ਦੀ ਘੜੀ ਆਈ ਏ ਤੇ ਸਾਨੂੰ ਇਸ ਤਰ੍ਹਾਂ ਲੱਗਿਆ ਵੀ ਅਸੀਂ ਕਿਸੇ ਸ਼ੇਰ ਦੇ ਨਾਲ ਵਾਸਤਾ ਪਾ ਲਿਆ ਹੈ। ਸਤਿਗੁਰ ਨੇ ਰਾਜਪੂਤੋਂ ਕੇ ਛਕੇ ਛੁੜਾ ਦੇ। ਜਿਹੜੇ ਰਾਜਪੁਤਾਣੇ ਸਨ, ਕਿਉਂਕਿ ਮਰੰਡੇ ਦੇ ਕੁਝ ਲੋਕ ਸਨ, ਉਹ ਵੀ ਉਦੋਂ ਆਪੋ ਆਪਣੀਆਂ ਟੋਲੀਆਂ ਲੈ ਕੇ ਤੇ ਖਾਲਸੇ ਪੰਥ ਦੇ ਉੱਤੇ ਆਣ ਕੇ ਟੁੱਟ ਕੇ ਪੈ ਗਏ ਸੀ। ਸੱਚੇ ਸਤਿਗੁਰ ਨੇ ਉਹਨਾਂ ਦੇ ਵੀ ਛੱਕੇ ਉਡਾ ਦਿੱਤੇ ਹਨ। ਮੁਗਲੋਂ ਕੇ ਵਲਵਲੇ ਵੀ ਜੋ ਥੇ ਸਭ ਮਿਟਾ ਦਿਏ। ਤੇ ਮੁਗਲਾਂ ਦੇ ਅੰਦਰ ਜਿਹੜੇ ਵਲਵਲੇ ਉੱਠਦੇ ਸਨ ਨਾ ਵੀ ਅੱਜ ਅਸੀਂ ਗੁਰੂ ਮਹਾਰਾਜ ਜੀ ਨੂੰ ਪਕੜ ਲੈਣਾ, ਉਹ ਵੀ ਇਹਨਾਂ ਦੇ ਅੰਦਰੋਂ ਵਲਵਲੇ ਕੱਢ ਦਿੱਤੇ ਹਨ। ਭਲੇਖੇ, ਵਲਵਲੇ ਦਾ ਅਰਥ ਹੁੰਦਾ ਭਲੇਖੇ, ਉਹ ਵੀ ਉਹਨਾਂ ਦੇ ਅੱਜ ਭਲੇਖੇ ਨਿਕਲ ਗਏ ਹਨ ਜੀ। ਦੁਸ਼ਮਨ ਕੋ ਆਪਣੀ ਤੇਗ ਕੇ ਜੋਹਰ ਦਿਖਾ ਦੇ। ਇਸ ਤਰ੍ਹਾਂ ਖਾਲਸੇ ਨੇ ਆਪਣੀ ਤੇਗ ਦਾ ਜੋਹਰ ਮੁਸਲਾਂ ਨੂੰ ਵਿਖਾਇਆ ਹੈ। ਪੁਸਤੋ ਕੇ ਏਕ ਆਨ ਮੇ ਪੁਸਤੇ
ਮੁਰਦਿਆਂ ਨੂੰ ਤੇ ਪੁਸਤੇ ਕਹਿੰਦੇ ਨੇ ਢੇਰਾਂ ਨੂੰ। ਇਹ ਕਾਂਡ ਦਾ ਅਰਥ ਇੱਥੇ ਥੋੜੇ ਚਿਰ ਦੇ ਵਿੱਚ, ਇਸ ਤਰ੍ਹਾਂ ਥੋੜੇ ਜਿਹੇ ਸਮੇਂ ਦੇ ਵਿੱਚ ਖਾਲਸੇ ਨੇ ਮੁਰਦਿਆਂ ਦੇ ਢੇਰ ਲਾ ਦਿੱਤੇ ਹਨ ਜੀ। ਰਾਜਾ ਜੋ ਚੜ ਕੇ ਆਏ ਥੇ 12 ਪਹਾੜ ਸੇ। 12 ਰਾਜੇ 22 ਰਾਜਿਆਂ ਦੇ ਵਿੱਚੋਂ ਪਹਾੜੀ ਸਨ ਜਿਹੜੇ ਉਹ ਮੁਗਲਾਂ ਦਾ ਸਾਥ ਦੇਣ ਦੇ ਲਈ ਚੜ੍ਹਾਈ ਕਰਕੇ ਆਏ ਸਨ। ਹਸਤਾ ਰਹੇ ਥੇ ਜੀ ਮੈਂ ਗੁਰੂ ਕੀ ਲਤਾੜ ਸੇ। ਤੇ ਹੁਣ ਜਦੋਂ ਖਾਲਸੇ ਦੀ ਲਤਾੜ ਪਈ ਏ ਤੇ ਇਸ ਗੱਲ ਤੋਂ ਬੜਾ ਪਛਤਾਵਾ ਕਰਦੇ ਨੇ ਵੀ ਐਵੇਂ ਆਏ ਹਾਂ ਜੀ। ਦੇਖਾ ਜੋ ਹੀ ਹਜੂਰ ਨੇ ਦੁਸ਼ਮਨ ਸਿਮਟ ਗਏ। ਜਦੋਂ ਸੱਚੇ ਸਤਿਗੁਰ ਨੇ ਵੀਰ ਰਸ ਦੇ ਵਿੱਚ ਇਸ ਤਰ੍ਹਾਂ ਵੇਖਣਾ ਕੀਤਾ ਤੇ ਵੈਰੀ ਜਿਹੜਾ ਉਹ ਇਕੱਠਾ ਹੋ ਕੇ ਰਹਿ ਗਿਆ ਹੈ। ਲੜਨੇ ਕੀ ਜਗ੍ਹਾ ਖੋਫ ਸੇ ਨਾ ਮਰਦ ਹਟ ਗਏ। ਤੇ ਜਿੱਥੇ ਇਹਨਾਂ ਨੇ ਹੁਣ ਅੱਗੇ ਵੱਧ ਕੇ ਜੰਗ ਕਰਨਾ ਸੀ ਜਾਂ ਪਕੜਨ ਦਾ ਯਤਨ ਕਰਨਾ ਸੀ, ਉੱਥੇ ਇਹ ਨਾ ਮਰਦ ਹੋ ਕੇ ਤੇ ਪਿਛਾ ਨੂੰ ਹਟਣ ਲੱਗ ਗਏ ਹਨ। ਘੋੜੇ ਕੇ ਏੜ ਦੇ ਕੇ ਗੁਰੂ ਰਨ ਮੇ ਡਟ ਗਏ। ਤੇ ਇਸ ਤਰ੍ਹਾਂ ਤਾਂ ਸੱਚੇ ਸਤਿਗੁਰ ਨੇ ਘੋੜੇ ਨੂੰ ਅੱਡੀ ਲਾਈਏ, ਅੱਡੀ ਲਾ ਕੇ ਤੇ ਮੈਦਾਨੇ ਜੰਗ ਦੇ ਵਿੱਚ ਡਟ ਗਏ ਹਨ। ਫਰਮਾਏ ਬੁਝ ਦਿਲੋਂ ਸੇ ਕਿ ਤੁਮ ਕਿਉਂ ਪਲਟ ਗਏ। ਤੇ ਹੁਣ ਗੁਰੂ ਮਹਾਰਾਜ ਜੀ ਲਲਕਾਰਾ ਮਾਰਦੇ ਨੇ, ਭਾਈ ਹੁਣ ਤੁਸੀਂ ਕੰਡਾ ਕਿਉਂ ਵਿਖਾ ਕੇ ਭੱਜਣ ਲੱਗੇ ਹੋ। ਅਬ ਆਓ ਰਨ ਮੇ ਜੰਗ ਕੇ ਅਰਮਾਂ ਨਿਕਾਲ ਲੋ। ਤੇ ਆਜੋ ਮੈਦਾਨੇ ਜੰਗ ਦੇ ਵਿੱਚ ਆਪਾਂ ਹੁਣ ਜਿਹੜੇ ਜੰਗ ਕਰਨ ਦੇ ਅਰਮਾਨ ਅੰਦਰ ਲੁਕੇ ਹੋਏ ਨੇ ਉਹ ਵੇਖਣਾ ਕਰੀਏ। ਤੁਮ ਕਰ ਚੁਕੇ ਹੋ ਵਾਰ ਹਮਾਰਾ ਸੰਭਾਲ ਲੋ। ਪਹਿਲੂ ਆਣ ਕੇ ਹਮਲਾ ਤੁਸੀਂ ਕੀਤਾ ਹੈ ਤੇ ਹੁਣ ਸਾਡੀ ਵਾਰੀ ਹੈ, ਇਹਨੂੰ ਸੰਭਾਲਣਾ ਕਰੋ। ਆਏ ਹੋ ਤੁਮ ਪਹਾੜ ਸੇ ਮੈਦਾਨ ਜੰਗ ਮੇ। ਤੁਸੀਂ ਪਹਾੜਾਂ ਤੋਂ ਉਤਰ ਕੇ ਮੈਦਾਨੇ ਜੰਗ ਦੇ ਵਿੱਚ ਆ ਚੁੱਕੇ ਹੋ। ਵੱਡਾ ਲਗਾ ਕੇ ਜਾਤੇ ਹੋ ਕਿਉਂ ਨਾਮੋ ਨੰਗ ਮੇ। ਵੱਡਾ ਦਾ ਅਰਥ ਹੁੰਦਾ ਦਾਗ ਲਾਉਣਾ। ਗੁਰੂ ਮਹਾਰਾਜ ਜੀ ਇੱਥੇ ਦੱਸਦੇ ਨੇ ਹੁਣ ਜਦੋਂ ਭੱਜਣ ਲੱਗੇ ਨੇ, ਭਾਈ ਤੁਸੀਂ ਆਪਣੀ ਇੱਜ਼ਤ ਨੂੰ ਇੱਥੇ ਦਾਗ ਲਾ ਕੇ ਕਿਉਂ ਚੱਲੇ ਹੋ। ਨਾਮੇ ਨੰਗਾ ਦਾ ਅਰਥ ਹੁੰਦਾ ਇੱਜ਼ਤ, ਆਪਣੇ ਆਪ ਨੂੰ ਨੰਗਿਆ ਕਰਨਾ, ਭਾਵ ਤੁਸੀਂ ਆਪਣੀ ਇੱਜ਼ਤ ਨੂੰ ਦਾਗ ਲਾ ਕੇ ਕਿਉਂ ਚੱਲੇ ਹੋ ਜੀ। ਸੁਣਦੇ ਹੈ ਤੁਮਕੋ ਨਾਜ ਹੈ ਤੀਰੋ ਤੁਫਾਮ ਮੇ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਦੇ ਸੁਣਿਆ ਕਰਦੇ ਸਾਂ ਵੀ ਤੁਹਾਨੂੰ ਇਸ ਗੱਲ ਤੇ ਬੜਾ ਮਾਣ ਹੈ, ਤੁਸੀਂ ਤੀਰਾਂ ਤੇ ਬੰਦੂਕਾਂ ਬੜੀਆਂ ਚਲਾ ਜਾਣਦੇ ਹੋ। ਹੋਇਓ ਯਾਰ ਸਹਸਵਾਰ ਹੋ ਮਾਹਰ ਖਤੰਗ ਮੇ। ਤੇ ਖਤੰਗ ਕਹਿੰਦੇ ਨੇ ਤੀਰਾਂ ਨੂੰ, ਤੀਰ ਤਰਾਨ ਦੇ ਵਿੱਚ ਬੜੇ ਹੁਸ਼ਿਆਰ ਤੇ ਤਿਆਰ ਹੋ। 10 12 ਤੁਮ ਮੇ ਰਾਜੇ ਹੈ ਦੋ ਇੱਕ ਨਵਾਬ ਹੈ। 12 ਪਹਾੜੀ ਰਾਜੇ ਸਨ ਤੇ 2 ਨਵਾਬ ਸਨ ਜੀ। ਫਿਰ ਹਮ ਸੇ ਜੰਗ ਕਰਨੇ ਮੇ ਕਿਉ ਇੱਜ਼ਤ ਨਾਬ ਹੈ। ਤੇ ਫਿਰ ਤੁਸੀਂ ਸਾਡੇ ਨਾਲ ਯੁੱਧ ਕਰਨ ਤੋਂ ਇਸ ਤਰ੍ਹਾਂ ਕਾਨਾਸ਼ੀਨੀ ਕਿਉਂ ਕਰਦੇ ਹੋ, ਸਾਹਮਣੇ ਆਣ ਕੇ ਭਿੜਨਾ ਕਰੋ ਜੀ। ਦੇਖੇ ਤੋ ਆਜ ਹਮ ਵੀ ਤੁਮਾਰੀ ਬਹਾਦਰੀ। ਗੁਰੂ ਮਹਾਰਾਜ ਜੀ ਕਹਿੰਦੇ ਨੇ ਆਜੋ ਹੁਣ ਅਸੀਂ ਵੀ ਤੁਹਾਡੀ ਬਹਾਦਰੀ ਨੂੰ ਅੱਜ ਵੇਖਣਾ ਕਰੀਏ ਜੀ। ਬਹੁਤ ਕਰੀ ਕੀ ਕਾਟ ਪਟੇ ਕੀ ਹੁਨਰ ਵਰੀ। ਕੁਕਰੀ ਇੱਕ ਸ਼ਸਤਰ ਦਾ ਨਾਂ ਹੈ ਤੇ ਪਟਾ ਜਿਹੜਾ ਇਹ ਵੀ ਸ਼ਸਤਰ ਦਾ ਨਾਂ ਹੈ। ਹੁਨਰਵਰੀ ਦਾ ਅਰਥ ਹੁੰਦਾ ਹੈ ਗੁਣ। ਕਿਸੇ ਸ਼ਸਤਰ ਨੂੰ ਚਲਾਉਣ ਦੀ ਜਿਹੜੀ ਕਲਾ ਹੈ, ਜਿਹੜਾ ਗੁਣ ਹੈ, ਉਹਨੂੰ ਹੁਨਰ ਆਖਿਆ ਜਾਂਦਾ ਹੈ। ਉਹ ਖੁਕਰੀ ਕੀ ਕਾਟ, ਤੁਹਾਡੀ ਅੱਜ ਇਹ ਖੁਕਰੀ ਸ਼ਸਤਰ ਦੀ ਜਿਹੜੀ ਕਾਟ ਹੈ ਉਹ ਵੀ ਵੇਖ ਲਈਏ ਤੇ ਪਟੇ ਚਲਾਉਣ ਦੀ ਜਿਹੜੀ ਹੁਨਰਬਾਜ਼ੀ ਹੈ ਉਹ ਵੀ ਅੱਜ ਵੇਖ ਲਈਏ ਜੀ। ਹਮਨੇ ਤੁਮਾਰੇ ਹਮਲੇ ਕੋ ਰੋਕਾ ਥਾ ਸਰਸਰੀ। ਸਰਸਰੀ ਦਾ ਅਰਥ ਹੁੰਦਾ ਮਾਮੂਲੀ ਤਰੀਕੇ ਦੇ ਨਾਲ। ਗੁਰੂ ਮਹਾਰਾਜ ਜੀ ਆਂਦੇ ਨੇ ਤੁਸੀਂ ਹਮਲਾ ਕੀਤਾ ਤੇ ਅਸੀਂ ਤੁਹਾਡੇ ਹਮਲੇ ਨੂੰ ਰੋਕਣਾ ਕੀਤਾ ਹੈ ਮਾਮੂਲੀ ਢੰਗ ਦੇ ਨਾਲ ਜੀ। ਅਬ ਆਪਣਾ ਵਾਰ ਰੋਕਣਾ ਸਭ ਮਿਲ ਕੇ ਲਸ਼ਕਰੀ। ਤੇ ਹੁਣ ਸਾਡੀ ਵਾਰੀ ਆਈ ਹੈ ਤੇ ਸਾਰਾ ਲਸ਼ਕਰ ਇਕੱਠਾ ਹੋ ਕੇ ਸਾਡੇ ਇਸ ਵਾਰ ਨੂੰ ਰੋਕਣਾ ਕਰੋ। ਹਮਕੋ ਬਖਜਲ ਇਜਦੀ ਤਨਹਾ ਨਾ ਜਾਣਨਾ। ਬਖਜਲ ਇਜਦੀ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਾਥ ਪ੍ਰਾਪਤ ਕਰਨ ਵਾਲੇ ਨੂੰ, ਜਿਹਨੂੰ ਪਰਮਾਤਮਾ ਦਾ ਸਾਥ ਪ੍ਰਾਪਤ ਹੋਵੇ। ਤੇ ਤਨਹਾ ਕਹਿੰਦੇ ਨੇ ਇਕੱਲੇ ਨੂੰ। ਗੁਰੂ ਮਹਾਰਾਜ ਜੀ ਇੱਥੇ ਤੁਰਕਾਂ ਨੂੰ ਆਖ ਰਹੇ ਨੇ ਸਾਨੂੰ ਇਕੱਲਿਆਂ ਨਾ ਜਾਣਿਓ, ਸਾਡੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਾਥ ਹੈ ਜੀ। ਕਸਰਤ ਏਠ ਏਠ ਕੇ ਸੀਨਾ ਨਾ
ਤਾਲਨਾ। ਕਸਰਤ ਦਾ ਅਰਥ ਹੁੰਦਾ ਹੈ ਅਭਿਆਸ ਕਰਨਾ। ਜਿਵੇਂ ਕੋਈ ਭਲਵਾਨ ਅਭਿਆਸ ਕਰਦਾ ਹੈ ਨਾ, ਅਭਿਆਸ ਕਰਦੇ ਸਮੇਂ ਜਾਂ ਇਸ ਤਰ੍ਹਾਂ ਕਹਿ ਲਓ ਜਦੋਂ ਡੰਡ ਬੈਠਕਾ ਕੱਢਦਾ ਤੇ ਬੜਾ ਛਾਤੀ ਨੂੰ ਤਾਣ ਕੇ ਕੱਢਦਾ ਵੀ ਮੇਰੇ ਵਰਗਾ ਕੋਈ ਨਹੀਂ। ਜਦੋਂ ਬਗਾਨੇ ਪੁੱਤ ਦੇ ਨਾਲ ਹੱਥ ਜੋੜਦੇ ਨੇ ਫਿਰ ਪਤਾ ਲੱਗਦਾ ਵੀ ਮੈਂ ਕਿੰਨੇ ਕੁ ਜੋਗਾ ਹਾਂ। ਇਹ ਗੱਲ ਇੱਥੇ ਗੁਰੂ ਮਹਾਰਾਜ ਜੀ ਆਖਦੇ ਨੇ, ਜਦੋਂ ਕਿਤੇ ਤੁਸੀਂ ਸ਼ਸਤਰਾਂ ਦਾ ਅਭਿਆਸ ਕਰਦੇ ਹੋਵੋਗੇ, ਬੜੀਆਂ ਛਾਤੀਆਂ ਤਾਣ ਕੇ ਵਡਿਆਈਆਂ ਕਰਦੇ ਹੋਵੋਗੇ, ਤੇ ਹੁਣ ਵਾਹ ਪਈ ਹੈ ਤੇ ਆਜੋ ਹੁਣ ਪੁੱਠਾ ਨਾ ਭਜਣਾ ਕਰੋ ਜੀ। ਕਹਿ ਕੇ ਉਹਨਾਂ ਟੂਟ ਪੜੀ ਦਸਵੇਂ ਪਾਤਸ਼ਾਹ। ਇਸ ਤਰ੍ਹਾਂ ਲਲਕਾਰਾ ਮਾਰ ਕੇ ਧੰਨ ਗੁਰੂ ਮਹਾਰਾਜ ਜੀ ਜਕਾਰੇ ਛੱਡ ਕੇ ਤੇ ਬੈਰੀ ਦੇ ਉੱਤੇ ਟੁੱਟ ਕੇ ਪੈ ਗਏ ਹਨ। ਇਸ ਸਭ ਕੋ ਕਾਟਤੇ ਥੇ ਕਭੀ ਉਸ ਪਰੇ ਕੋ ਕਾਹ। ਸਭ ਕਹਿੰਦੇ ਨੇ ਕਤਾਰ ਨੂੰ ਕਤਾਰਾਂ ਬਣਾ ਕੇ ਫੌਜ ਲੜਿਆ ਕਰਦੀ ਸੀ ਤਾਂ ਕਿ ਵੈਰੀਏ ਜਿਹੜਾ ਇਹ ਪਿਛਲੇ ਪਾਸੇ ਨਾ ਆ ਸਕੇ। ਹੁਣ ਗੁਰੂ ਮਹਾਰਾਜ ਜੀ ਇਹਨਾਂ ਦੀਆਂ ਬਣਾਈਆਂ ਹੋਈਆਂ ਕਤਾਰਾਂ ਨੇ ਜਿਹੜੀਆਂ ਕਦੀ ਇੱਧਰ ਦੀ ਕਤਾਰ ਨੂੰ ਕੱਟ ਦਿੰਦੇ ਨੇ ਤੇ ਕਦੀ ਉੱਧਰ ਦੀ ਕਤਾਰ ਨੂੰ ਕੱਟ ਦਿੰਦੇ ਹਨ। ਜਮਤੀ ਨਾਥੀ ਹਜੂਰ ਕੀ ਤਲਵਾਰ ਪਰ ਨਿਗਾਹ। ਜਦੋਂ ਵਾਰ ਰੋਕੀਦਾ ਤੇ ਅਗਲੇ ਦੇ ਸ਼ਸਤਰ ਨੂੰ ਵੇਖੀਦਾ ਫਿਰ ਅੱਗੇ ਉਹਨੂੰ ਰੋਕਿਆ ਜਾਂਦਾ। ਜੇ ਪਤਾ ਹੀ ਨਾ ਲੱਗੇ ਸ਼ਸਤਰ ਆ ਕਿਹੜੇ ਪਾਸੋਂ ਲਿਆ ਤੇ ਫਿਰ ਅਸੀਂ ਢਾਲ ਕਿਵੇਂ ਅੱਗੇ ਕਰਾਂਗੇ। ਇੱਕ ਫਰਤੀਲਾਪਨ ਹੁੰਦਾ ਹੈ। ਜਦੋਂ ਦੋ ਯੋਧੇ ਲੜਦੇ ਨੇ, ਸੂਰਮੇ ਲੜਦੇ ਨੇ ਤੇ ਉਹ ਦੂਜੇ ਦੇ ਸ਼ਸਤਰ ਦੇ ਵਿੱਚ ਨਿਗਾਹ ਨੂੰ ਟਿਕਾ ਕੇ ਰੱਖਦੇ ਨੇ ਤਾਂ ਕਿ ਇਹਦਾ ਸ਼ਸਤਰ ਕਿਹੜੇ ਪਾਸੋਂ ਵਾਰ ਕਰ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ। ਜਦੋਂ ਗੁਰੂ ਮਹਾਰਾਜ ਜੀ ਦਾ ਸ਼ਸਤਰ ਚੱਲਦਾ, ਤੇਗ ਚੱਲਦੀ ਹੈ ਤੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਪਾਸੋਂ ਆ ਰਹੀ ਹੈ, ਉਹਦੇ ਤੇ ਨਿਗਾਹ ਹੀ ਨਹੀਂ ਟਿਕ ਸਕਦੀ ਹੈ ਜੀ। ਇੱਕ ਹਮਲੇ ਮੇ ਥਾ ਫੌਜ ਕਾ ਤਖਤਾ ਉਲਟ ਗਿਆ। ਇੱਕੋ ਹੀ ਹਮਲਾ ਕੀਤਾ ਗੁਰੂ ਮਹਾਰਾਜ ਜੀ ਨੇ ਤੇ ਉਹਦੇ ਵਿੱਚ ਸਾਰੇ ਦੇ ਸਾਰੇ ਲਸ਼ਕਰ ਦਾ ਤਖਤਾ ਜਿਹੜਾ ਪਲਟਾ ਕੇ ਰੱਖ ਦਿੱਤਾ ਹੈ। ਗੁਰ ਕੀ ਹਵਾਏ ਤੇਗ ਸੇ ਬਾਦਲ ਥਾ ਛਟ ਗਿਆ। ਜਿਵੇਂ ਤੇਜ਼ ਹਵਾ ਚੱਲਦੀ ਹੈ ਤੇ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ, ਇਸ ਤਰ੍ਹਾਂ ਖਾਲਸੇ ਦੇ ਹਮਲੇ ਦੇ ਨਾਲ ਸਾਰੀ ਲਸ਼ਕਰੀ ਫੌਜ ਜਿਹੜੀ ਉਹ ਛੱਟ ਗਈ ਹੈ, ਭਾਵ ਖਿੰਡ ਗਏ ਹਨ। ਬਚ ਗਏ ਉਹ ਭਾਗ ਗਏ ਮੂੰਹ ਕੋ ਮੋੜ ਕਰ। ਜਿਹੜੇ ਬਚ ਗਏ ਸਨ ਉਹ ਮੂੰਹ ਮੋੜ ਕੇ ਪੁੱਠੇ ਭੱਜ ਗਏ ਹਨ। ਰਸਤਾ ਕਰੋ ਕਾਲੀ ਲਿਆ ਮਹਿੰਦਾ ਕੋ ਛੋੜ ਕਰ। ਤੇ ਫਿਰ ਆਪੋ ਆਪਣੇ ਘਰਾਂ ਦੇ ਵਾਲੇ ਪਾਸੇ ਤੁਰ ਪਏ ਨੇ, ਮੈਦਾਨ ਨੂੰ ਛੱਡ ਗਏ ਹਨ ਜੀ। ਸਿੰਘੋ ਨੇ ਪੁਸ ਨਿਕਾਲ ਦਿਆ ਥਾ ਝੰਜੜੋ ਕਰ। ਝੰਜੋੜ ਦਾ ਅਰਥ ਹੁੰਦਾ ਜਿਵੇਂ ਕੱਪੜੇ ਨੂੰ ਦੱਬ ਕੇ ਛਿੰਡਿਆ ਜਾਵੇ, ਝੰਜੋੜਿਆ ਜਾਵੇ, ਜਾਂ ਕਿਸੇ ਬੱਚੇ ਨੂੰ ਬਾਹ ਤੋਂ ਫੜ ਕੇ ਦੱਬ ਕੇ ਝੰਜੋੜਿਆ ਜਾਵੇ। ਇਸ ਤਰ੍ਹਾਂ ਸਿੰਘਾਂ ਨੇ ਝੰਜੋੜ ਕਰਕੇ ਤੇ ਲਸ਼ਕਰੀ ਫੌਜ ਦਾ ਜਿਹੜਾ ਭੁੱਸ ਹੈ ਨਾ ਉਹ ਕੱਢ ਦਿੱਤਾ ਹੈ ਜੀ। ਪਛਤਾਏ ਅਕਸ ਕੋ ਬਹੁਤ ਕੋਲ ਤੋੜ ਕਰ। ਅਖਰਸ ਦਾ ਅਰਥ ਹੁੰਦਾ ਹੈ ਅੰਤ ਨੂੰ। ਪਛਤਾਏ ਅਖਰਸ ਕੋ ਬਹੁਤ ਕੌਲ ਤੋੜ ਕਰ। ਕੌਲ ਕਹਿੰਦੇ ਨੇ ਵਾਅਦੇ ਨੂੰ। ਹੁਣ ਬੜਾ ਪਛਤਾਉਂਦੇ ਨੇ ਵੀ ਜਿਹੜਾ ਅਸੀਂ ਵਾਅਦਾ ਕੀਤਾ ਸੀ, ਚਲੋ ਜੇ ਉਹ ਵਾਅਦੇ ਦੇ ਉੱਤੇ ਟਿਕੇ ਰਹਿੰਦੇ ਤੇ ਥੋੜੀ ਜੀ ਇੱਜ਼ਤ ਬਣੀ ਰਹਿਣੀ ਸੀ ਵੀ ਚਲੋ ਵਾਅਦਾ ਕਰਕੇ ਤੇ ਗੁਰੂ ਜੀ ਤੋਂ ਕਿਲਾ ਤਾਂ ਖਾਲੀ ਕਰਵਾ ਲਿਆ ਨਾ। ਹੁਣ ਵਾਅਦਾ ਤੋੜ ਕੇ ਤੇ ਮੈਦਾਨੇ ਜੰਗ ਦੇ ਵਿੱਚ ਜਦੋਂ ਉਤਰੇ ਨੇ ਉਸ ਗੱਲ ਤੋਂ ਬੜਾ ਪਛਤਾਵਾ ਹੋ ਰਿਹਾ ਹੈ ਜੀ। ਲਾਸ਼ਾਂ ਸੇ ਔਰ ਸਰੋ ਸੇ ਥਾ ਮੈਦਾਨ ਪਟ ਗਿਆ। ਲਾਸ਼ਾਂ ਦੇ ਨਾਲ ਤੇ ਸਿਰਾਂ ਦੇ ਨਾਲ ਸਾਰੇ ਦਾ ਸਾਰਾ ਮੈਦਾਨ ਹੈ ਜਿਹੜਾ ਇਹ ਭਰਿਆ ਪਿਆ ਹੈ ਜੀ। ਆਦੇ ਸੇ ਬੇਸ ਲਸ਼ਕਰੇ ਦਾਗ ਥਾ ਕੱਟ ਗਿਆ। ਤੇ ਦੁਸ਼ਮਣ ਦੀ ਜਿਹੜੀ ਫੌਜ ਹੈ ਅੱਧੇ ਤੋਂ ਜ਼ਿਆਦਾ ਕੱਟ ਗਈ ਹੈ, ਭਾਵ ਅੱਧੇ ਤੋਂ ਜ਼ਿਆਦਾ ਮਾਰੇ ਗਏ ਹਨ। ਸਰਹੰਦ ਕੇ ਨਵਾਬ ਖਾਂ ਫਕ ਰੰਗ ਹੋ ਗਿਆ। ਜਿਹੜਾ ਸਰਹੰਦ ਤੋਂ ਨਵਾਬ ਚੜ ਕੇ ਆਇਆ ਸੀ, ਵਜ਼ੀਰ ਖਾਨ ਤੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਸੀ, ਹੁਣ ਇਹਦਾ ਰੰਗ ਜਿਹੜਾ ਪੀਲਾ ਪੈ ਗਿਆ। ਫਕ ਦਾ ਅਰਥ ਹੁੰਦਾ ਪੀਲਾ ਪੈ ਜਾਣਾ, ਜਰਦ ਹੋ ਜਾਣਾ। ਹੁਣ ਇਸ ਦਾ ਰੰਗ ਜਿਹੜਾ ਪੀਲਾ ਪੈ ਗਿਆ ਹੈ ਜੀ। ਲਸ਼ਕਰ ਕਾ ਹਾਲ ਦੇਖ ਕੇ ਉਹ ਦੰਗ ਕੋ ਗਿਆ। ਤੇ ਜਦੋਂ ਇਸ ਤਰ੍ਹਾਂ ਸਾਰੀ ਫੌਜ ਜਿਹੜੀ ਉਹ ਤਿੱਤਰ ਬਿੱਤਰ ਹੋ ਗਈ ਹੈ ਤੇ ਫੌਜ ਦਾ ਆਪਣੀ ਲਸ਼ਕਰ ਦਾ ਇਸ ਤਰ੍ਹਾਂ ਦਾ ਹਾਲ ਵੇਖ ਕੇ ਤੇ ਬੜਾ ਦੰਗ ਹੋ ਗਿਆ ਹੈ। ਸਤਿਗੁਰ ਕੀ ਦੇਗ ਤੇਜ ਸੇ ਜਬ ਤੰਗ ਹੋ ਗਿਆ। ਤੇ ਜਦੋਂ ਇਸ ਤਰ੍ਹਾਂ ਖਾਲਸੇ ਦੀ ਤੇਗ ਤੋਂ ਬੜਾ ਤੰਗ ਹੋਇਆ ਹੈ ਜੀ। ਜ਼ਾਲਮ ਕੇ ਦਿਲ ਜੋ ਸਖਤ ਤਾਬ ਸੰਗ ਹੋ ਗਿਆ। ਤੇ ਇਸ ਦਾ ਦਿਲ ਜਿਹੜਾ ਬੜਾ ਸਖਤ ਸੀ ਨਾ, ਭਾਵ
ਇਹਦੇ ਦਿਲ ਦੇ ਵਿੱਚ ਇਹ ਬੜਾ ਗੁਮਾਨ ਸੀ ਵੀ ਮੇਰੇ ਵਰਗਾ ਬਲੀ ਯੋਧਾ ਕੋਈ ਨਹੀਂ, ਤੇ ਇਤਨੀ ਮੇਰੇ ਨਾਲ ਲਸ਼ਕਰ ਹੈ, ਇਤਨੀ ਫੌਜ ਹੈ ਮੇਰੇ ਨਾਲ, ਤੇ ਮੈਂ ਗੁਰੂ ਮਹਾਰਾਜ ਜੀ ਨੂੰ ਕੈਦ ਕਰ ਲਵਾਂਗਾ। ਉਹ ਭੁਲੇਖਾ ਨਿਕਲ ਗਿਆ ਹੈ। ਰਾਈ ਦਿਲ ਮੇ ਸਿੰਘੋ ਸੇ ਮੈਂ ਇੱਜ਼ਤ ਕਾਮ ਲੂੰ। ਇਤ ਕਾਮ ਦਾ ਅਰਥ ਹੁੰਦਾ ਬਦਲਾ ਲੈਣਾ। ਮਨ ਦੇ ਵਿੱਚ ਇਹ ਸੋਚਿਆ ਸੀ ਵੀ ਇਸ ਤਰ੍ਹਾਂ ਮੈਂ ਘੇਰ ਕਰਕੇ ਤੇ ਸਿੰਘਾਂ ਤੋਂ ਬਦਲਾ ਲੈਣਾ ਕਰਾਂਗਾ। ਧੋਖੇ ਫਰੇਬ ਸੇ ਮੈਂ ਸਹਿਰ ਲੂੰ ਜਾਂ ਸ਼ਾਮ ਲੂੰ। ਧੋਖੇ ਤੇ ਫਰੇਬ ਦੇ ਨਾਲ ਸੁਬਾਹ ਜਾਂ ਸ਼ਾਮ ਮੈਂ ਗੁਰੂ ਮਹਾਰਾਜ ਜੀ ਤੋਂ ਇਹ ਕਿਲਾ ਜਿਹੜਾ ਹੈ ਉਹ ਖਾਲੀ ਕਰਾ ਲੈਣਾ ਹੈ ਜਾਂ ਸਿੰਘਾਂ ਤੋਂ ਬਦਲਾ ਲੈ ਲੈਣਾ ਹੈ। ਇਸ ਭੁਲੇਖੇ ਦੇ ਵਿੱਚ ਹੈ ਸੀ। ਤਾਰੀਖ ਮੇ ਲਿਖਾ ਹੈ ਕਿ ਦਰਜੋਸ ਕਾਰਜਾਰ। ਤਾਰੀਖ ਦਾ ਅਰਥ ਹੁੰਦਾ ਇਤਿਹਾਸਿਕ ਘਟਨਾ। ਇਹ ਜੋ ਇਤਿਹਾਸਿਕ ਘਟਨਾ ਹੈ ਅੱਲਾ ਯਾਰ ਖਾਨ ਲਿਖਦਾ ਹੈ ਕਿ ਉਹਦੇ ਵਿੱਚ ਇਹ ਲਿਖਿਆ ਕਿ ਇਸ ਦਿਨ ਖਾਲਸੇ ਦੇ ਵਿੱਚ ਕੇਵਲ ਤੇ ਕੇਵਲ ਯੁੱਧ ਕਰਨ ਦਾ ਜੋਸ਼ ਹੈ ਜੀ। ਸਤਿਗੁਰ ਬੜਾਈ ਪੜਾਤੇ ਹੀ ਗਏ ਆਗੇ ਕੋ ਰਾਹਵਾਰ। ਰਾਹਵਾਰ ਕਹਿੰਦੇ ਨੇ ਘੋੜੇ ਨੂੰ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਆਪਣਾ ਘੋੜਾ ਹੁਣ ਅੱਗੇ ਵਧਾਉਣ ਲੱਗੇ ਹਨ। ਰਾਹ ਰਹਿ ਗਏ ਤੇ ਗਰਜ ਚੰਦ ਜਾਂ ਨਿਸਾਰ। ਤੇ ਹਮਰਾ ਕਹਿੰਦੇ ਨੇ ਨਾਲ ਚੱਲਣ ਵਾਲਿਆਂ ਨੂੰ, ਤੇ ਗਰਜ ਚੰਦ ਜਾਂ ਨਿਸਾਰ। ਗਰਜ ਚੰਦ ਕਹਿੰਦੇ ਨੇ ਥੋੜਿਆਂ ਨੂੰ, ਤੇ ਨਿਸਵਾਰ ਕਹਿੰਦੇ ਨੇ ਜਾਨਾਂ ਵਾਰਨ ਵਾਲਿਆਂ ਨੂੰ। ਹੁਣ ਗੁਰੂ ਮਹਾਰਾਜ ਜੀ ਦੇ ਨਾਲ ਥੋੜੇ ਜਿਹੇ ਸਿੰਘ ਨੇ ਜਿਹੜੇ ਉਹ ਰਹਿ ਗਏ ਨੇ ਜੋ ਗੁਰੂ ਜੀ ਤੋਂ ਜਾਨਾਂ ਵਾਰਨ ਵਾਲੇ ਹਨ। ਚੰਦੋਂ ਮੇ ਥੇ ਸਾਥ ਅਜੀਤ ਔਰ ਥੇ ਜੁਝਾਰ। ਤੇ ਸਾਹਿਬਜ਼ਾਦਿਆਂ ਦੇ ਵਿੱਚੋਂ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਵੱਡੇ ਸਾਹਿਬਜ਼ਾਦੇ ਰਹਿ ਗਏ ਨੇ, ਜਿਨ੍ਹਾਂ ਦਾ ਆਪ ਜੀ ਨੇ ਪ੍ਰਸੰਗ ਕੱਲ ਸਰਵਣ ਕੀਤਾ ਸੀ। ਜੋਰਾਵਰ ਫਤਿਹ ਜੋ ਦਾਦੀ ਕੇ ਸਾਥ ਥੇ। ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੇ ਨਾਲ ਸਨ। ਇੱਥੇ ਪਰਿਵਾਰ ਵਿਛੋੜਾ ਹੋ ਜਾਂਦਾ ਹੈ। ਇੱਥੇ ਇਤਿਹਾਸ ਦੇ ਤਿੰਨ ਪਹਿਲੂ ਬਣਦੇ ਨੇ। ਮੈਂ ਇੱਕ ਵਾਰੀ ਫਿਰ ਦੱਸ ਦੇਵਾਂ। ਇੱਕ ਇਤਿਹਾਸ ਚਮਕੌਰ ਦੀ ਗੜੀ ਵਾਲੇ ਪਾਸੇ ਨੂੰ, ਤੇ ਦੂਸਰਾ ਇਤਿਹਾਸ ਹੈ ਜਿਹੜਾ ਉਹ ਛੋਟੇ ਸਾਹਿਬਜ਼ਾਦਿਆਂ ਦਾ ਸਰਹੰਦ ਤੱਕ ਦਾ ਸਫ਼ਰ। ਤੀਜਾ ਇਤਿਹਾਸ ਹੈ ਜਿਹੜਾ ਉਹ ਮਾਤਾ ਜੀ ਦਾ ਦਿੱਲੀ ਵਾਲੇ ਪਾਸੇ ਜਾਣਾ। ਇੱਥੇ ਪਰਿਵਾਰ ਵਿਛੋੜਾ ਤੇ ਇੱਥੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਪਰਿਵਾਰ ਵਿਛੋੜਾ ਸਾਹਿਬ ਜੋਰਾਵਰ ਔਰ ਫਤਿਹ ਜੋ ਦਾਦੀ ਕੇ ਸਾਥ ਤੇ ਇੱਥੇ ਮਾਤਾ ਗੁਜਰ ਕੌਰ ਜੀ ਦੇ ਨਾਲ ਜੋਰਾਵਰ ਤੇ ਫਤਿਹ ਸਿੰਘ ਹਨ ਜੀ। ਦਾਏ ਕੀ ਜਗ੍ਹਾ ਚੱਲਦੀ ਬਾਏ ਹੱਥ ਤੇ ਹੁਣ ਵਿਛੋੜਾ ਪੈਣ ਦਾ ਜਿਹੜਾ ਕਾਰਨ ਹੈ ਉਹ ਅੱਲਾ ਯਾਰ ਖਾਨ ਦੀ ਜ਼ੁਬਾਨੀ ਇਸ ਤਰ੍ਹਾਂ ਲਿਖ ਰਿਹਾ ਹੈ ਵੀ ਇਹਨਾਂ ਨੇ ਜਾਣਾ ਤਾਂ ਸੱਜੇ ਹੱਥ ਸੀ ਤੇ ਭੁਲੇਖਾ ਖਾ ਕੇ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਖੱਬੇ ਹੱਥ ਵਾਲੇ ਪਾਸੇ ਤੁਰ ਪਏ ਹਨ। ਹਰ ਚੰਦ ਕੀ ਤਲਾਸ਼ ਪਾਇਆ ਨਿਸਾ ਕਹੀ। ਤੇ ਜਦੋਂ ਸਰਸਾ ਨਦੀ ਪਾਰ ਕਰ ਲਈਏ ਮਾਤਾ ਗੁਜਰ ਕੌਰ ਜੀ ਖੱਬੇ ਹੱਥ ਨੂੰ ਨਿਕਲ ਗਏ ਨੇ। ਬਾਕੀ ਜਥਾ ਜਿਤਨਾ ਉਹ ਸਾਰਾ ਸੱਜੇ ਹੱਥ ਨੂੰ ਨਿਕਲ ਗਿਆ। ਤੇ ਜਦੋਂ ਸੰਭਾਲ ਕੀਤੀ ਏ ਕਿ ਸਾਹਿਬਜ਼ਾਦੇ ਜਿਹੜੇ ਨੇ ਛੋਟੇ ਤੇ ਮਾਤਾ ਗੁਜਰ ਕਰ ਉਹ ਨਹੀਂ ਮਿਲ ਰਹੇ ਹਨ ਜੀ। ਥੋੜਾ ਥਾ ਜਿਸ ਜਗ੍ਹਾ ਮੈਂ ਨਹੀਂ ਥੇ ਵਹਾਂ ਕਹੀ। ਤੇ ਜਿੱਥੇ ਉਹਨਾਂ ਨੂੰ ਰੋਕਿਆ ਸੀ ਵੀ ਤੁਸੀਂ ਇੱਥੇ ਰੁਕ ਜਾਵੋ, ਉੱਥੇ ਉਹ ਰੁਕੇ ਨਹੀਂ, ਅੱਗੇ ਵੱਧ ਕੇ ਨੇ ਉੱਥੇ ਨਹੀਂ ਮਿਲੇ ਹਨ। ਆ ਜਾਏ ਫਕਰ ਥਾ ਨਾਮ ਨੇ ਦੁਸ਼ਮਨਾ ਕਹੀ। ਤੇ ਗੁਰੂ ਫਿਕਰ ਇਸ ਗੱਲ ਦਾ ਸੀ ਵੀ ਕਿਤੇ ਇਹ ਛੋਟੇ ਬੱਚੇ ਸਾਹਿਬਜ਼ਾਦੇ ਛੋਟੇ ਦੁਸ਼ਮਣਾਂ ਦੇ ਹੱਥ ਦੇ ਵਿੱਚ ਨਾ ਆ ਜਾਣ। ਮਾਤਾ ਕੇ ਸਾਥ ਚੱਲਦੀ ਸਹਿਜ ਦਗਾ ਕਹੀ। ਸਹਿਜਾਦਕਾ ਕਹਿੰਦੇ ਨੇ ਸਾਹਿਬਜ਼ਾਦਿਆਂ ਨੂੰ। ਸਾਹਿਬਜ਼ਾਦੇ ਛੋਟੇ ਮਾਤਾ ਗੁਜਰ ਕੌਰ ਜੀ ਦੇ ਨਾਲ ਚੱਲ ਪਏ ਹਨ। ਨਿਕਟ ਜਿਗਰ ਹਜੂਰ ਕੇ ਜਿਸ ਦਮ ਵਿਛੜ ਗਏ। ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਵਿਛੋੜਾ ਵਿਛੜ ਜਾਣਾ, ਮਾਤਾ ਗੁਜਰ ਕੌਰ ਦਾ ਵਿਛੜ ਜਾਣਾ 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ ਹੈ ਜੀ। ਆਇਓ ਵਹੀ ਪਹੂਰ ਮੁਹੱਬਤ ਸੇ ਗੜ ਗਏ। ਤੇ ਉੱਥੇ ਇੱਕ ਵਾਰੀ ਰੁਕ ਗਏ ਨੇ ਉਹਨਾਂ ਦੀ ਸੰਭਾਲ ਕਰਨ ਵਾਸਤੇ। ਔਰ ਮਰਾਕਬੇ ਮੇ ਗਏ ਪੀਰ ਖੁਸ਼ ਖੁਸ਼ਹਾਲ। ਇਹ ਮਰਾਕਬੇ ਦਾ ਅਰਥ ਹੁੰਦਾ ਹੈ ਅੰਤਰਜਾਮਤਾ, ਭਾਵ ਆਪਣੀ ਬਿਰਤੀ ਨੂੰ ਅੰਦਰੋਂ ਰੋਕ ਕੇ ਤੇ ਪਤਾ ਲੈ ਲੈਣਾ ਵੀ ਮੇਰੀ ਚੀਜ਼ ਕਿਹੜੀ ਕਿੱਥੇ ਪਈ ਹੈ। ਹੁਣ ਧੰਨ ਗੁਰੂ ਮਹਾਰਾਜ ਜੀ ਜਦੋਂ ਇੱਥੇ ਸਾਹਿਬਜ਼ਾਦੇ ਛੋਟਿਆਂ ਦਾ ਵਿਛੋੜਾ ਸੁਣਿਆ ਹੈ, ਥੋੜਾ ਇੱਥੇ ਰੁਕ ਗਏ ਨੇ।
ਇੱਥੇ ਰੁਕ ਗਏ ਤੇ ਫਿਰ ਸੱਚੇ ਸਤਿਗੁਰੂ ਨੇ ਅੰਤਰਜਾਮਤਾ ਦੇ ਨਾਲ ਇਸ ਗੱਲ ਦਾ ਖਿਆਲ ਕੀਤਾ ਵੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਕਿੱਥੇ ਹਨ ਜੀ। ਚੌਦਹ ਤਬਕ ਕਾ ਕਰ ਲਿਆ ਮਾਲੂਮ ਪਲ ਨਿਹਾਲ। ਇੱਕ ਪਲ ਦੇ ਵਿੱਚ ਗੁਰੂ ਮਹਾਰਾਜ ਜੀ ਨੇ 14 ਤਪਕ 7 ਆਕਾਸ਼ ਤੇ 7 ਪਤਾਲ ਮੰਨੇ ਗਏ ਨੇ। ਵੈਸੇ ਗੁਰਬਾਣੀ ਦੇ ਅੰਦਰ ਆਗਾਸਾ ਆਗਾਸ ਲੱਖ ਪਾਤਾਲਾਂ ਪਾਤਾਲ ਲਿਖਿਆ ਹੋਇਆ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ ਇਹਨਾਂ ਦਾ ਕੋਈ ਅੰਤ ਨਹੀਂ। ਮੁਸਲਮਾਨ ਧਰਮ ਦੇ ਵਿੱਚ ਇਹ 14 ਤਬਕ ਮੰਨੇ ਗਏ ਨੇ, 7 ਆਕਾਸ਼ ਤੇ 7 ਪਤਾਲ, ਕਿਉਂਕਿ ਇੱਥੇ ਜਿਹੜਾ ਲਖਾਰੀ ਹੈ ਉਹ ਹੈਗਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਨ ਵਾਲਾ, ਗੁਰੂ ਘਰ ਨੂੰ ਪਿਆਰ ਕਰਨ ਵਾਲਾ, ਪਰ ਉਸ ਦੇ ਧਰਮ ਦੇ ਵਿੱਚ 14 ਤਬਕ ਮੰਨੇ ਨੇ। ਇਸ ਕਰਕੇ ਇਹ ਲਿਖਦਾ ਹੈ ਬਈ ਸੱਚੇ ਸਤਿਗੁਰ ਜਦੋਂ ਅੰਤਰ ਆਤਮਾ ਦੇ ਵਿੱਚ ਉਤਰੇ ਹਨ ਤੇ ਉਹਨਾਂ ਨੇ ਇੱਕ ਪਲ ਦੇ ਵਿੱਚ 14 ਤਬਕਾਂ ਦਾ ਜਿਹੜਾ ਹਾਲ ਹੈ ਉਹ ਪਤਾ ਕਰ ਲਿਆ ਹੈ ਜੀ। ਫਰਮਾਏ ਜਾਨ ਸਾਰੋ ਸੇ ਕਿਆ ਹੋਤੇ ਨਾਟ ਨਿਡਾਲ। ਤੇ ਹੁਣ ਜਿਹੜੇ ਨਾਲ ਸਿੰਘ ਸਨ ਜਾਨਾਂ ਮਾਰਨ ਵਾਲੇ, ਉਹਨਾਂ ਨੂੰ ਸੱਚੇ ਸਤਿਗੁਰ ਨੇ ਹੌਸਲਾ ਦਿੱਤਾ ਵੀ ਤੁਸੀਂ ਨਿਢਾਲ ਨਾ ਹੋਵੋ, ਘਬਰਾਓ ਨਾ। ਮਾਤਾ ਗੁਜਰ ਕੌਰ ਦੇ ਨਾਲ ਛੋਟੇ ਸਾਹਿਬਜ਼ਾਦੇ ਬਿਲਕੁਲ ਸੁਰੱਖਿਅਤ ਹਨ। ਮਾਤਾ ਕੇ ਸਾਥ ਚਲਦੀ ਕੁਰਬਾਨ ਹੋਨੇ ਲਾਲ। ਗੁਰੂ ਮਹਾਰਾਜ ਜੀ ਨੇ ਅੱਗੇ ਦਾ ਹਵਾਲ ਵੀ ਦੱਸ ਦਿੱਤਾ ਵੀ ਉਹ ਮਾਤਾ ਗੁਜਰ ਕੌਰ ਜੀ ਦੇ ਨਾਲ ਅੱਗੇ ਜਾ ਰਹੇ ਨੇ ਹਲਾਲ ਹੋਣ ਵਾਸਤੇ। ਬੁਨਿਆਦ ਮੇ ਧਰਮ ਕੀ ਚੁਨੇਗੇ ਉਦੂ ਉਨੇ। ਤੇ ਧਰਮ ਦੀ ਦੀਵਾਰ ਦੇ ਵਿੱਚ ਦੁਸ਼ਮਣ ਨੇ ਜਿਹੜਾ ਉਹ ਇਹਨਾਂ ਨੂੰ ਚਿੰਨ ਦੇਣਗੇ ਤੇ ਇਸ ਤਰ੍ਹਾਂ ਚਿੰਨ ਕੇ ਸ਼ਹੀਦ ਕਰਨਗੇ ਜੀ। ਕਰਤਾਰ ਜਾਤਾ ਹੈ ਕਰੇ ਸੁਰ ਕਰੂ ਉਨੇ। ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਇਹ ਹੈ, ਉਹ ਇਸੇ ਤਰ੍ਹਾਂ ਹੀ ਉਹਨਾਂ ਦੀ ਇਸ ਜ਼ਿੰਦਗੀ ਨੂੰ ਸਫਲ ਕਰਨਾ ਚਾਹੁੰਦਾ ਹੈ। ਹਮਨੇ ਵੀ ਇਸ ਮਕਾਮ ਪਰ ਜਾਣਾ ਹੈ ਜਲਦ ਤਰ। ਤੇ ਅਸੀਂ ਵੀ ਇਸੇ ਮੰਜ਼ਿਲ ਤੇ ਇੱਕ ਦਿਨ ਪਹੁੰਚਣਾ ਹੈ। ਇਸ ਜਗ੍ਹਾ ਤੁਮਕੋ ਆਪਣੇ ਘਟਾਨੇ ਪੜेंगे ਸਰ। ਇੱਥੇ ਕਵੀ ਰਾਜ ਦਾ ਭਾਵ ਹੈ ਵੀ ਗੁਰੂ ਮਹਾਰਾਜ ਜੀ ਨੇ ਦੱਸ ਦਿੱਤਾ ਵੀ ਉਹ ਤਾਂ ਗਏ ਚਲੇ ਨੇ ਆਪਣੇ ਟਿਕਾਣੇ ਤੇ ਜਿੱਥੇ ਉਹਨਾਂ ਨੇ ਸ਼ਹੀਦ ਹੋਣਾ ਹੈ, ਤੇ ਆਪਾਂ ਅੱਗੇ ਜਿੱਥੇ ਜਾ ਰਹੇ ਆ ਆਪਣਾ ਟਿਕਾਣਾ ਉੱਥੇ ਹੈ ਜਿੱਥੇ ਆਪਾਂ ਨੂੰ ਵੀ ਸ਼ਹੀਦ ਹੋਣਾ ਪਵੇਗਾ। ਰੋਗੇ ਸ਼ਹੀਦ ਲੜਕੇ ਜਹ ਬਾਕੀ ਕੇ ਦੋ ਤਿਸਰ। ਤੇ ਇਹ ਦੋ ਸਾਹਿਬਜ਼ਾਦੇ ਵੱਡੇ ਜੋ ਗੁਰੂ ਮਹਾਰਾਜ ਜੀ ਦੇ ਨਾਲ ਸਨ, ਜਿਨ੍ਹਾਂ ਦਾ ਪ੍ਰਸੰਗ ਆਪ ਸੰਗਤਾਂ ਨੇ ਕੱਲ ਸਰਵਣ ਕੀਤਾ ਸੀ, ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਆ। ਕੁਝ ਸਮਾਂ ਜਿਹੜਾ ਉਹਦੀ ਪਾਬੰਦੀ ਹੈ ਤੇ ਕੁਝ ਇਹ ਇਤਿਹਾਸ ਦੇ ਪਹਿਲੂ ਹੀ ਇੱਥੇ ਤਿੰਨ ਬਣ ਜਾਂਦੇ ਨੇ। ਤਿੰਨ ਪਹਿਲੂ ਇੱਕੇ ਵਾਰੀ ਇਕੱਠੇ ਨਹੀਂ ਵਿਚਾਰੇ ਜਾਂਦੇ, ਜੇ ਵਿਚਾਰਾਂਗੇ ਤੇ ਸਮਝ ਨਹੀਂ ਆਏਗੀ। ਇਸ ਵਾਸਤੇ ਕੱਲ ਦਾ ਜੋ ਦਿਹਾੜਾ ਸੀ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸੀ, ਤੇ ਦਾਸ ਨੂੰ ਇਹ ਗੱਲ ਚੰਗੀ ਲੱਗੀ ਵੀ ਕੇਵਲ ਤੇ ਕੇਵਲ ਚਮਕੌਰ ਦੀ ਜਿਹੜੀ ਜੰਗ ਹੈ ਉਹੀ ਪ੍ਰਸੰਗ ਸੁਣਾਇਆ ਜਾਵੇ। ਬਾਕੀ ਪ੍ਰਸੰਗ ਜਿਹੜਾ ਉਹਨੂੰ ਮੈਂ ਪੈਂਡਿੰਗ ਰੱਖ ਲਿਆ ਸੀ, ਜੋ ਆਪ ਜੀ ਦੀ ਸੇਵਾ ਦੇ ਵਿੱਚ ਮੈਂ ਅੱਜ ਹਾਜ਼ਰ ਕਰ ਰਿਹਾ। ਇਸੇ ਤਰ੍ਹਾਂ ਹੋਰ ਵੀ ਕਈ ਕਮੀਆਂ ਨੇ, ਮੈਂ ਕੋਸ਼ਿਸ਼ ਕਰਾਂਗਾ ਵੀ ਹੌਲੀ ਹੌਲੀ ਅੱਗੇ ਅੱਗੇ ਜਿਵੇਂ ਮੇਰੇ ਕੋਲ ਸਮਾਂ ਮਿਲਦਾ ਜਾਏਗਾ 13 ਪੋਹ ਜਾਂ 14 ਪੋਹ ਤੱਕ ਉਸ ਕਮੀਆਂ ਜਿਹੜੀਆਂ ਨੇ ਉਹ ਸਾਰੀਆਂ ਮੈਂ ਇਸ ਇਤਿਹਾਸ ਦੇ ਵਿੱਚ ਜੋ ਰਹਿ ਗਈਆਂ ਨੇ ਵਿਚਾਰਨ ਦੇ ਵਿੱਚ ਉਹ ਪੂਰੀਆਂ ਕਰਨ ਦਾ ਯਤਨ ਕਰਾਂਗਾ। ਬਾਕੀ ਮਿਹਰ ਗੁਰੂ ਦੀ ਹੈ, ਕਿਰਪਾ ਗੁਰੂ ਦੀ ਹੈ। ਸੱਚੇ ਸਤਿਗੁਰ ਦੀ ਬਾਣੀ ਦੇ ਅੰਦਰ ਫਰਮਾਨ ਹੁੰਦਾ, ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤੋ। ਮੈਂ ਇਸ ਦੇ ਯੋਗ ਨਹੀਂ ਹੈਗਾ, ਪਰ ਗੁਰੂ ਨੇ ਕਿਰਪਾ ਕੀਤੀ ਹੈ, ਮੈਨੂੰ ਇਸ ਦੇ ਯੋਗ ਬਣਾ ਦਿੱਤਾ ਹੈ। ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ। ਉਹ ਆਪ ਹੀ ਸਮੱਤ ਬਖਸ਼ਦਾ, ਆਪ ਹੀ ਇਸ ਰਸਤੇ ਤੇ ਤੋਰਦਾ ਹੈ, ਉਹੀ ਤੋਰਨ ਵਾਲਾ ਹੈ। ਹੁਣ ਗੁਰੂ ਮਹਾਰਾਜ ਜੀ ਅੱਗੇ ਦਾ ਹਵਾਲਾ ਦੱਸਦੇ ਨੇ ਵੀ ਚਲੋ ਭਾਈ ਆਪਣਾ ਟਿਕਾਣਾ ਅੱਗੇ ਹੈ ਜਿੱਥੇ ਤੁਸੀਂ ਵੱਡੇ ਸਾਹਿਬਜ਼ਾਦੇ ਨੇ ਸ਼ਹੀਦੀਆਂ ਪਾਣੀਆਂ ਹਨ। ਹੋਗੇ ਸ਼ਹੀਦ ਲੜਕੇ ਜਹ ਬਾਕੀ ਕੇ ਦੋ ਬਿਸਰ। ਇਹ ਦੋ ਸਾਹਿਬਜ਼ਾਦੇ ਵੱਡੇ ਵੀ ਉੱਥੇ ਸ਼ਹੀਦ ਹੋਣਗੇ ਮੈਦਾਨੇ ਜੰਗ ਦੇ ਅੰਦਰ। ਰਹਿ ਜਾਊਗਾ ਅਕੇਲਾ ਮੈਂ ਕੱਲ ਤੱਕ ਲੁਟਾ ਕੇ ਘਰ। ਕੱਲ ਤੋਂ ਭਾਵ ਅੱਜ ਦਾ ਦਿਨ, ਜਿਹੜਾ ਅੱਜ ਦਾ ਦਿਨ ਚੱਲ ਰਿਹਾ, ਗੁਰੂ ਮਹਾਰਾਜ ਜੀ ਕਹਿੰਦੇ ਨੇ ਹੁਣ ਫਿਰ ਉਸ ਤੋਂ ਅੱਗੇ ਅਸੀਂ ਇਕੱਲੇ ਹੀ ਸਫ਼ਰ ਕਰਾਂਗੇ। ਜੋ ਮਾਛੀਵਾੜੇ ਦੇ ਜੰਗਲਾਂ ਨੂੰ ਅੱਗੇ ਗੁਰੂ ਜੀ ਗਏ ਨੇ ਉਹ ਸਾਰਾ ਹਵਾਲਾ ਦੱਸ ਰਹੇ ਹਨ ਜੀ। ਪਹਿਲੇ ਪਿਤਾ ਘਟਾਇਆ ਅਬ ਬੇਟੇ ਘਟਾਉਂਗਾ। ਪਹਿਲੋਂ
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਧਰਮ ਦੀ ਰੱਖਿਆ ਦੇ ਲਈ ਆਪਣਾ ਸਿਰ ਦਿੱਤਾ ਤੇ ਹੁਣ ਸਾਹਿਬਜ਼ਾਦਿਆਂ ਦੀ ਵਾਰੀ ਹੈ ਜੀ। ਨਾਨਕ ਕਾ ਬਾਗ ਖੂਨ ਜਿਗਰ ਸੇ ਖਿਲਾਉਂਗਾ। ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਹੈ, ਉਸ ਦਾ ਲਾਇਆ ਹੋਇਆ ਬਾਗ ਹੈ ਤੇ ਇਹਨੂੰ ਖੂਨ ਦੇ ਨਾਲ ਹੀ ਸਿੰਚਿਆ ਜਾਂਦਾ ਹੈ ਜੀ। ਇਹ ਕਰਕੇ ਫਿਰ ਹਜ਼ੂਰ ਤੋਂ ਚਮਕੌਰ ਚਲਦੀ ਏ। ਇਸ ਤਰ੍ਹਾਂ ਸੰਗਤ ਦੇ ਨਾਲ ਵਿਚਾਰ ਕਰਕੇ ਸੱਚੇ ਸਤਿਗੁਰੂ ਚਮਕੌਰ ਵਾਲੇ ਪਾਸੇ ਚਲੇ ਗਏ ਹਨ। ਆਦਤ ਪੈ ਆਪਣੀ ਕੁਛ ਨਾ ਕਿਆ ਗੌਰ ਚਲਦੀ ਏ। ਜਦੋਂ ਗੁਰੂ ਮਹਾਰਾਜ ਜੀ ਨੂੰ ਆਪਣੀ ਸਾਰੀ ਹਾਲਤ ਦਾ ਪਤਾ ਲੱਗ ਗਿਆ ਸੀ ਵੀ ਅੱਗੇ ਇਹ ਕੁਝ ਹੋਣ ਵਾਲਾ ਹੈ ਤੇ ਹੋ ਕੇ ਰਹੇਗਾ, ਤੇ ਗੁਰੂ ਮਹਾਰਾਜ ਜੀ ਨੇ ਫਿਰ ਵੀ ਇਸ ਦੇ ਉੱਤੇ ਕੋਈ ਸ਼ਿਕਵਾ ਨਹੀਂ ਕੀਤਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਹੀ ਕੀਤਾ ਹੈ। ਕਰਤਾਰ ਕੇ ਧਿਆਨ ਮੇ ਫਿਰ ਫੌਰ ਚਲਦੀ ਏ। ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਧਿਆਨ ਦੇ ਵਿੱਚ ਬਿਲਕੁਲ ਨਿਚਿੰਤ ਹੋ ਕੇ ਅੱਗੇ ਚੱਲ ਪਏ ਹਨ। ਰਾਜੀ ਹੋਏ ਰਜਾ ਪੈ ਬਹਿਰ ਤੌਰ ਚਲਦੀ ਏ। ਤੇ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਾਜੀ ਹੋ ਕੇ ਤੇ ਬਿਨਾਂ ਕਿਸੇ ਗਮੀ ਤੋਂ ਅੱਗੇ ਚੱਲ ਪਏ ਹਨ ਜੀ। ਜੋ ਕਿਛ ਹਵਾ ਪੈ ਗੁਜਰੀ ਇਹ ਲਿਖਣਾ ਮੁਹਾਲ ਹੈ। ਤੇ ਇੱਥੇ ਅੱਲਾ ਯਾਰ ਖਾਨ ਲਿਖਦਾ ਹੈ, ਇਸ ਤੋਂ ਅੱਗੇ ਦਾ ਜਿਹੜਾ ਇਤਿਹਾਸ ਹੈ ਨਾ, ਜੋ ਕੁਝ ਉੱਥੇ ਹੋਇਆ ਤੇ ਗੁਜ਼ਰਿਆ, ਉਹ ਬਿਆਨ ਕਰਨਾ ਬੜਾ ਮੁਸ਼ਕਲ ਹੋ ਰਿਹਾ ਹੈ ਜੀ। ਇਹ ਮੁਰਸੀ ਸੁਨਾਨਾ ਤਮੇ ਅਗਲੇ ਸਾਲ ਹੈ। ਜੇ ਮਰਸੀਆ ਦਾ ਅਰਥ ਹੁੰਦਾ ਹੈ ਮਰ ਜੀਵੜਿਆਂ ਦਾ ਇਤਿਹਾਸ, ਮਰਸੀਆ ਦਾ ਅਰਥ ਹੁੰਦਾ ਹੈ ਮੌਤ ਦੀ ਗਾਥਾ। ਕਵੀ ਰਾਜ ਕਹਿੰਦਾ ਹੈ ਜਿਹੜੀ ਇੱਥੇ ਹੁਣ ਮੌਤ ਦੀ ਗਾਥਾ ਅੱਗੇ ਆਉਣ ਵਾਲੀ ਏ, ਸੁਨਾਣਾ ਤੁਮੇ ਅਗਲੇ ਸਾਲ ਹੈ। ਇਹ ਅਗਲੇ ਸਾਲ ਦਾ ਅਰਥ ਇਹ ਨਹੀਂ ਵੀ ਅਗਲੇ ਸਾਲ ਸੁਣਾਇਆ ਜਾਏਗਾ। ਕਵੀਆਂ ਦੇ ਅੰਦਰ ਦੇ ਵਲਵਲੇ ਹੁੰਦੇ ਨੇ, ਕਹਿਣ ਤੋਂ ਭਾਵ ਵੀ ਇਤਿਹਾਸ ਦੇ ਤਿੰਨ ਪਹਿਲੂ ਹੋ ਗਏ ਨੇ। ਇਹ ਜਿਹੜਾ ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣ ਵਾਲਾ ਪਹਿਲੂ ਹੈ ਨਾ, ਉਹ ਭਾਈ ਮੈਂ ਇਹ ਪਹਿਲੂ ਪੂਰਾ ਕਰਕੇ ਤੇ ਫਿਰ ਇਹ ਪਹਿਲੂ ਸੁਣਾਵਾਂਗਾ। ਤਾਂ ਹੀ ਆਪ ਜੀ ਨੇ ਕੱਲ ਵੇਖਿਆ ਹੋਣਾ, ਦਾਸ ਨੇ ਕਈ ਅੰਗ ਪਲਟੇ ਸਨ ਵਿੱਚੋਂ। ਜਿਹੜਾ ਅੱਜ ਦਾ ਇਤਿਹਾਸ ਆਪਾਂ ਵਿਚਾਰ ਰਹੇ ਹਾਂ, ਇਹਨੂੰ ਪੈਂਡਿੰਗ ਕਰ ਦਿੱਤਾ ਸੀ। ਹੁਣ ਕਵੀ ਰਾਜ ਇੱਥੇ ਕਹਿੰਦਾ ਵੀ ਵੱਡੇ ਸਾਹਿਬਜ਼ਾਦੇ ਜੋ ਸ਼ਹੀਦ ਹੋਏ ਨੇ ਨਾ, ਉਹ ਪਹਿਲੂ ਨੂੰ ਮੈਂ ਫੇਰ ਚੁੱਕਾਂਗਾ, ਉਹ ਇਤਿਹਾਸ ਫਿਰ ਲਿਖਾਂਗਾ। ਪਹਿਲੂ ਮੈਂ ਇਹ ਇਤਿਹਾਸ ਲਿਖਦਾ ਜੋ ਛੋਟੇ ਸਾਹਿਬਜ਼ਾਦਿਆਂ ਦਾ ਹੈ ਜੀ। ਹੈ ਜ਼ਿੰਦਗੀ ਤੋਂ ਅਗਲੇ ਬਰਸ ਲਿਖ ਕੇ ਲਿਆਉਂਗਾ। ਕਹਿੰਦਾ ਜੇ ਮੇਰੀ ਜ਼ਿੰਦਗੀ ਰਹੀ ਇਹ ਇਤਿਹਾਸ ਲਿਖਦਿਆਂ ਤੇ ਫਿਰ ਮੈਂ ਵੱਡੇ ਸਾਹਿਬਜ਼ਾਦਿਆਂ ਦਾ ਇਤਿਹਾਸ ਵੀ ਤੁਹਾਨੂੰ ਲਿਖ ਕੇ ਸੁਣਾਵਾਂਗਾ। ਅਰਸਦ ਸੇ ਬੜ ਕੇ ਮਰਸੀਆ ਸਭ ਕੋ ਸੁਣਾਉਂਗਾ। ਅਰਸਦ ਦਾ ਅਰਥ ਹੁੰਦਾ ਹੈ ਅਰਦਾਸ ਕਰਨੀ, ਤੇ ਮਰਸੀਆ ਦਾ ਅਰਥ ਹੁੰਦਾ ਹੈ ਮੌਤ ਦੀ ਗਾਥਾ ਲਿਖਣੀ। ਕਹਿੰਦਾ ਮੈਂ ਅਰਦਾਸਾਂ ਦੀ ਜਗ੍ਹਾ ਤੇ ਜ਼ਿਆਦਾ ਤੋਂ ਜ਼ਿਆਦਾ ਇਹ ਜਿਹੜੀ ਮੌਤ ਦੀ ਗਾਥਾ ਹੈ, ਇਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਰਿਆ ਕਰਾਂਗਾ ਜੀ। ਸਤਿਗੁਰ ਕੀ ਗਮ ਮੇ ਰਹੂੰਗਾ ਤੁਮ ਕੇ ਰਲਾਉਂਗਾ। ਕਹਿੰਦਾ ਮੈਂ ਆਪ ਵੀ ਗੁਰੂ ਮਹਾਰਾਜ ਜੀ ਦੇ ਇਸ ਗਮ ਦੀ ਘੜੀ ਦੇ ਵਿੱਚ ਰੋਵਾਂਗਾ ਤੇ ਤੁਹਾਨੂੰ ਵੀ ਉਸ ਗਮ ਦੀ ਘੜੀ ਦਾ ਯਾਦ ਕਰਵਾ ਕੇ ਰਵਾਉਣਾ ਕਰਾਂਗਾ। ਦਰਬਾਰ ਨਾਨਕ ਸੇ ਸਿਲ ਇਸ ਕਾ ਪਾਉਂਗਾ। ਤੇ ਇਸ ਦੀ ਜਿਹੜੀ ਦਾਤ ਹੈ ਉਹ ਧੰਨ ਗੁਰੂ ਨਾਨਕ ਦੇਵ ਜੀ ਮੇਰੇ ਤੇ ਕਿਰਪਾ ਕਰਨਗੇ ਤੇ ਮੈਨੂੰ ਆਪਣਾ ਦਰਬਾਰ ਹੈ ਜਿਹੜਾ ਉਹਦੇ ਵਿੱਚ ਰੱਖ ਲੈਣਗੇ। ਮੈਂ ਇੱਕ ਵਾਰੀ ਫਿਰ ਇਹ ਤੁਕਾਂ ਪੜ੍ਹਦਾ। ਕਹਿੰਦਾ ਸਤਿਗੁਰੂ ਕੇ ਗਮ ਵਿੱਚ ਰੋਊਂਗਾ, ਆਪ ਵੀ ਰੋਵਾਂਗਾ ਮੈਂ ਉਹਨਾਂ ਦੇ ਗਮ ਦੇ ਵਿੱਚ ਇਤਿਹਾਸ ਲਿਖਦਾ ਹੋਇਆ, ਤੇ ਤੁਹਾਨੂੰ ਵੀ ਰਵਾਵਾਂਗਾ। ਇਸ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਮੇਰੇ ਤੇ ਕਿਰਪਾ ਕਰਨਗੇ। ਦਰਬਾਰ ਨਾਨਕ ਕੇ ਸੱਚੇ ਸਤਿਗੁਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਦਰਬਾਰ ਹੈ ਉਹਦੇ ਵਿੱਚ ਮੈਨੂੰ ਵਡਿਆਈ ਮਿਲੇਗੀ ਜੀ। ਜੋਰ ਅਬਾਰ ਕੋ ਫਤਿਹ ਕਾ ਇਸ ਦਮ ਬਿਆਨ ਸੁਨੋ। ਹੁਣ ਜੋਰਾਵਰ ਤੇ ਬਾਬਾ ਫਤਿਹ ਸਿੰਘ ਜਿਹੜਾ ਉਹਨਾਂ ਦਾ ਜੋ ਇਤਿਹਾਸ ਹੈ ਉਹ ਅੱਗੇ ਕਹਿੰਦਾ ਮੈਂ ਲਿਖਣ ਲੱਗਾ, ਆਪ ਸੁਣਨਾ ਕਰੋ ਜੀ। ਪਹੁੰਚੇ ਫਿਰਸ ਕੇ ਹਾਏ ਕਹਾਂ ਸੇ ਕਹਾਂ ਸੁਨੋ। ਤੇ ਵੇਖੋ ਇਹ ਵਿਛੜ ਕੇ ਕਿੱਥੋਂ ਤੇ ਕਿੱਧਰ ਨੂੰ ਚਲੇ ਗਏ ਹਨ। ਬਹਿਰ ਦਵਾਤ ਖੂਨੇ ਸ਼ਹੀਦਾ ਬਹਿਮ ਕਰੋ। ਕਹਿੰਦਾ ਹੁਣ ਇਹਦੇ ਲਿਖਣ ਦੇ ਲਈ ਮੇਰੀ ਸ਼ਾਹੀ ਹੈ ਜਿਹੜੀ ਉਹ ਨਹੀਂ ਕੰਮ ਕਰਦੀ। ਦਵਾਤ ਦਾ ਅਰਥ ਹੈ, ਦਵਾਤ ਇੱਕ ਨਿੱਕੀ ਜੀ ਦਵਾਤ ਹੋਇਆ ਕਰਦੀ ਸੀ। ਜਿਹੜੇ ਪੁਰਾਣੇ ਮੇਰੇ ਨਾਲ ਦੇ ਪੜ੍ਹੇ ਨੇ ਉਹਨਾਂ ਨੂੰ ਤਾਂ ਪਤਾ ਹੈ, ਅੱਜ ਕੱਲ੍ਹ ਇਹ ਦਵਾਤਾਂ ਹੀ ਖਤਮ ਹੋ ਗਈਆਂ ਨੇ। ਲਿਖਦਾ ਹੈ ਜਿਹੜੀ ਸਹਿਰ ਦਵਾਤ ਬਹਿਰ ਦਵਾਤ ਖੂਨੇ ਸ਼ਹੀਦ ਬਹਿਮ ਕਰੂੰ। ਬਹਿਮ ਦਾ ਅਰਥ ਹੁੰਦਾ ਇਕੱਠਿਆ ਕਰਨਾ। ਕਹਿੰਦਾ ਮੈਂ ਸ਼ਹੀਦਾਂ ਦਾ ਖੂਨ ਇਕੱਠਾ ਕਰਕੇ ਤੇ ਇਹ
ਦਵਾਤ ਦੇ ਵਿੱਚ ਸ਼ਾਹੀ ਪਾਉਣੀ ਕਰਾਂਗਾ ਜੀ। सीने को अपने चाक मिसाले कुलम करूं। ਤੇ ਆਪਣਾ ਸੀਨਾ ਚੀਰ ਕੇ ਉਹਦੀ ਕਲਮ ਬਣਾਉਣੀ ਕਰਾਂਗਾ। बिछड़े हुए की अब मैं मुसीबत रकम करूं। ਤੇ ਜਿਹੜੇ ਛੋਟੇ ਸਾਹਿਬਜ਼ਾਦੇ ਗੁਰੂ ਮਹਾਰਾਜ ਜੀ ਦੇ ਨਾਲੋਂ ਵਿਛੜ ਗਏ ਨੇ ਉਹਨਾਂ ਦਾ ਇਤਿਹਾਸ ਹੁਣ ਮੈਂ ਲਿਖਣ ਲੱਗਾ ਹਾਂ। रो दो अगर बयां मैं खुदा की कसम करूं। ਰੋ ਦੋ ਅਗਰ ਬਿਆਨ ਮੈਂ ਖੁਦਾ ਕੀ ਕਸਮ ਕਰੂੰ। ਕਹਿੰਦਾ ਜੇ ਤੁਸੀਂ ਇਹ ਬਿਆਨ ਪੜ੍ਹ ਕੇ ਸੁਣ ਕੇ ਵੀ ਨਾ ਰੋਏ ਨਾ ਤੇ ਤੁਹਾਨੂੰ ਰੱਬ ਦੀ ਸਹੁੰ ਹੈ। ਕਹਿੰਦਾ ਇਹ ਮੈਂ ਉਹ ਦੁਆ ਤੇ ਦੇ ਵਿੱਚ ਜਿਹੜੀ ਸ਼ਾਹੀ ਪਾਣ ਲੱਗਾ, ਸ਼ਹੀਦਾਂ ਦਾ ਖੂਨ ਇਕੱਠਾ ਕਰਕੇ ਪਾਣ ਲੱਗਾ ਤੇ ਕਲਮ ਹੈ ਜਿਹੜੀ ਉਹ ਮੇਰੀ ਕਲਮ ਮੇਰਾ ਅੰਦਰ ਦਾ ਜਿਗਰ ਹੈ, ਉਹਨੂੰ ਚੀਰ ਕੇ ਮੈਂ ਕਲਮ ਬਣਾਈਏ। ਮੈਂ ਵੀ ਰੋਵਾਂਗਾ ਇਸ ਗਮ ਦੇ ਵਿੱਚ ਤੇ ਤੁਹਾਨੂੰ ਵੀ ਰਵਾਵਾਂਗਾ। ਹੁਣ ਤੁਹਾਨੂੰ ਰੱਬ ਦੀ ਕਸਮ ਹੈ ਜੇ ਤੁਸੀਂ ਛੋਟੇ ਸਾਹਿਬਜ਼ਾਦਿਆਂ ਦਾ ਇਹ ਇਤਿਹਾਸ ਸੁਣ ਕੇ ਅੱਖਾਂ ਦੇ ਵਿੱਚ ਅਥਰੂ ਨਾ ਆਏ ਜੀ। रस्ते में जब भटक गए नन्हे सवार थे। ਜਿਸ ਵਕਤ ਛੋਟੇ ਸਾਹਿਬਜ਼ਾਦੇ ਰਸਤੇ ਦੇ ਵਿੱਚੋਂ ਭਟਕ ਗਏ ਹਨ तर के पिता को चारों तरफ बार बार थे। ਤੇ ਹੁਣ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਾਰੇ ਪਾਸੇ ਵੇਖਦੇ ਹਨ। दादी से बोले अपने सिपाही किधर गए। ਮਾਤਾ ਗੁਜਰ ਕੌਰ ਜੀ ਨੂੰ ਪੁੱਛਦੇ ਨੇ ਵੀ ਆਪਾਂ ਇਕੱਲੇ ਰਹਿ ਗਏ ਆ, ਜਿਹੜੇ ਆਪਣੇ ਸਿੰਘ ਸਿਪਾਹੀ ਸਨ ਉਹ ਕਿੱਧਰ ਗਏ ਹਨ ਜੀ। दरिया पे हमको छोड़ के राही किधर गए। ਜਿਹੜੇ ਸਾਡੇ ਨਾਲ ਤੁਰਨ ਵਾਲੇ ਸਨ ਉਸ ਦਰਿਆ ਤੇ ਸਰਸਾ ਨਦੀ ਦੇ ਉੱਤੇ ਛੱਡ ਕੇ ਸਾਨੂੰ ਕਿੱਧਰ ਗਏ ਹਨ। तड़पा के हाय सुरत माही किधर गए। ਮਾਹੀ ਕਹਿੰਦੇ ਨੇ ਮੱਛੀ ਨੂੰ, ਜਿਵੇਂ ਛੋਟਾ ਬੱਚਾ ਸਰੋਵਰ ਦੇ ਕੰਢੇ ਤੇ ਹੋਵੇ ਤੇ ਮੱਛੀ ਉਹਨੂੰ ਝਲਕ ਦੇ ਕੇ ਚਲੀ ਜਾਵੇ ਤੇ ਉਹਨੂੰ ਫਿਰ ਬੜੀ ਪਿਆਰੀ ਲੱਗਦੀ ਹੈ ਉਹ ਝਲਕ। ਉਹ ਤੜਫ ਦੇ ਵਿੱਚ ਆਉਂਦਾ ਵੀ ਇਹ ਮੱਛੀ ਦੁਬਾਰਾ ਆਣ ਕੇ ਮੈਨੂੰ ਫਿਰ ਵਿਖੇ। ਉਸੇ ਤਰ੍ਹਾਂ ਤੜਪਾ ਕੇ ਰਾਏ ਸਤ ਸੁਰਤ ਮੱਛੀ ਕਿਧਰ ਗਏ, ਇਸ ਤਰ੍ਹਾਂ ਸਾਨੂੰ ਸੁਰਤ ਵਿਖਾ ਕੇ ਤੇ ਕਿੱਧਰ ਚਲੇ ਗਏ ਹਨ। अपा पका के लश्कर शाही किधर गए। ਤੇ ਗੁਰੂ ਮਹਾਰਾਜ ਜੀ ਆਪ ਬੈਰੀ ਨੂੰ ਭਜਾ ਕੇ ਹੁਣ ਕਿੱਧਰ ਗਏ ਹਨ। भाई भी हमको भूल गए शौक जंग में। ਤੇ ਵੱਡੇ ਭਰਾ ਨੇ ਸਾਡੇ ਉਹ ਵੀ ਮੈਦਾਨੇ ਜੰਗ ਦੇ ਚਾਹ ਦੇ ਵਿੱਚ ਸਾਨੂੰ ਭੁੱਲ ਗਏ ਹਨ। अपना ख्याल तक नहीं जोरत फंग में। ਤੇ ਬੰਦੂਕਾਂ ਚਲਾਉਣ ਦੇ ਸ਼ੌਕ ਦੇ ਵਿੱਚ ਉਹਨਾਂ ਨੇ ਸਾਡਾ ਵੀ ਖਿਆਲ ਨਹੀਂ ਰੱਖਿਆ ਹੈ ਜੀ। जागरण अजीत जीत के तशरीफ लाएंगे। ਹੁਣ ਦੋਵੇਂ ਸਾਹਿਬਜ਼ਾਦੇ ਛੋਟੇ ਨੇ। ਮਾਤਾ ਗੁਜਰ ਕੌਰ ਜੀ ਤੋਂ ਇਹ ਪੁੱਛਿਆ ਤੇ ਹੁਣ ਆਪਸ ਦੇ ਵਿੱਚ ਜਿਹੜੀ ਗੁਫ਼ਤਗੂ ਕਰਦੇ ਨੇ ਉਹ ਇਸ ਪ੍ਰਕਾਰ ਹੈ। ਕਹਿੰਦੇ ਨੇ ਬਾਬਾ ਅਜੀਤ ਸਿੰਘ ਜਦੋਂ ਮੈਦਾਨੇ ਜੰਗ ਦੇ ਵਿੱਚੋਂ ਜਿੱਤ ਕੇ ਆਉਣਗੇ ਜੀ अपा के साथ जिस घड़ी जुझार आएंगे। ਤੇ ਧੰਨ ਗੁਰੂ ਮਹਾਰਾਜ ਜੀ ਦੇ ਨਾਲ ਜਦੋਂ ਜੁਝਾਰ ਸਿੰਘ ਵੀ ਆਵੇਗਾ हर के गिला हर एक से हम रूठ जाएंगे। ਤੇ ਫਿਰ ਕਹਿੰਦੇ ਅਸੀਂ ਉਹਨਾਂ ਦੇ ਨਾਲ ਬੋਲਣਾ ਨਹੀਂ, ਅਸੀਂ ਰੁੱਸ ਕੇ ਬਹਿ ਜਾਵਾਂਗੇ। बात कभी पिता कभी भाई मनाएंगे। ਤੇ ਫਿਰ ਕਦੇ ਸਾਡੇ ਭਰਾ ਸਾਨੂੰ ਮਨਾਣਗੇ, ਕਦੇ ਸਾਡੇ ਪਿਤਾ ਜੀ ਸਾਨੂੰ ਮਨਾਣਗੇ ਤੇ ਕਦੇ ਮਾਤਾ ਜੀ ਸਾਨੂੰ ਮਨਾਣਗੇ ਜੀ। हमको गले लगा के कहेंगे वह बार बार। ਫਿਰ ਸਾਨੂੰ ਸੀਨੇ ਦੇ ਨਾਲ ਲਾ ਕੇ ਵਾਰੀ-ਵਾਰੀ ਮਨਾਉਣ ਦਾ ਯਤਨ ਕਰਨਗੇ। मुन जाओ लेकिन हम नहीं मानेंगे जीनहार। ਤੇ ਅਸੀਂ ਆਖਾਂਗੇ ਅਸੀਂ ਨਹੀਂ ਮੰਨਣਾ, ਅਸੀਂ ਮੰਨਦੇ ਨਹੀਂ ਹਾਂ। ਮੁੰਡ ਜਾਓ ਲੇਕਿਨ ਹਮ ਨਹੀਂ ਮਾਨੇਗੇ ਜੀਨਵਾਰ। ਜੀਨਵਾਰ ਦਾ ਅਰਥ ਹੁੰਦਾ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਕਿੰਨਾ ਮਰਜ਼ੀ ਜ਼ੋਰ ਲਾ ਲਓ, ਅਸੀਂ ਹੁਣ ਕਿਸੇ ਹਾਲਤ ਦੇ ਵਿੱਚ ਵੀ ਨਹੀਂ ਮੰਨਣਾ ਹੈ। इकरार लेंगे सबसे भुलाना ना फिर कभी। ਤੇ ਇੱਕ ਗੱਲ ਦੇ ਉੱਤੇ ਅਸੀਂ ਤੁਹਾਡੇ ਨਾਲ ਮੰਨਾਂਗੇ, ਸਾਡੇ ਨਾਲ ਇਹ ਇਕਰਾਰ ਕਰੋ ਕਿ ਜਿਵੇਂ ਅੱਜ ਤੁਸੀਂ ਸਾਨੂੰ ਕੱਲਿਆਂ ਨੂੰ ਛੱਡ ਦਿੱਤਾ ਹੈ, ਇਸ ਤਰ੍ਹਾਂ ਫਿਰ ਤੁਸੀਂ ਕਦੇ ਸਾਨੂੰ ਕੱਲਿਆਂ ਨੂੰ ਨਹੀਂ ਛੱਡਣਾ ਹੈ ਜੀ। बार दिगर के बिछड़ के सताना ना फिर कभी। ਬਾਰ ਦਿਗਰ ਦਾ ਅਰਥ ਹੁੰਦਾ ਦੂਜੀ ਵਾਰ। ਦੂਜੀ ਵਾਰ ਇਸ ਤਰ੍ਹਾਂ ਸਾਡੇ ਨਾਲ ਵਿਛੋੜਾ ਪਾ ਕੇ ਸਾਨੂੰ ਤੰਗ ਨਹੀਂ ਕਰਨਾ ਹੈ। हमको अकेले छोड़ के जाना ना फिर कभी। ਤੇ ਇਸ ਤਰ੍ਹਾਂ ਸਾਨੂੰ ਇਕੱਲਿਆਂ ਨੂੰ ਛੱਡ ਕੇ ਫਿਰ ਕਦੇ ਵੀ ਨਹੀਂ ਜਾਣਾ ਹੈ ਜੀ। कह देते हैं जो हमको रुलाना ना फिर कभी। ਤੇ ਅੱਜ ਤੁਹਾਨੂੰ ਅਸੀਂ ਕਹਿ ਦਿੰਨੇ ਆ, ਤੁਹਾਡੀ ਕਹੀ ਤੇ ਅਸੀਂ ਮੰਨ ਜਾਂਦੇ ਆ, ਪਰ ਇਹ ਸਾਡੇ ਨਾਲ ਇਕਰਾਰ ਕਰੋ ਕਿ
ਇਸ ਤਰ੍ਹਾਂ ਸਾਨੂੰ ਇਕੱਲਿਆਂ ਨੂੰ ਕਦੇ ਤੁਸੀਂ ਛੱਡਣਾ ਨਹੀਂ ਤੇ ਕਦੇ ਰਵਾਨਾ ਨਹੀਂ ਹੈ। बच्चों की गुफ्तगू जो सुनी दादी जान ने। ਜਦੋਂ ਦੋਵੇਂ ਸਾਹਿਬਜ਼ਾਦੇ ਛੋਟਿਆਂ ਨੇ ਆਪਸ ਦੇ ਵਿੱਚ ਇਹ ਸਾਰੀ ਗੱਲਬਾਤ ਕੀਤੀ ਹੈ बधियांग यार जो दिला इस बाला सान ने। ਤੇ ਮਾਤਾ ਗੁਜਰ ਕੌਰ ਦੀਆਂ ਅੱਖਾਂ ਦੇ ਵਿੱਚੋਂ ਵਿਰਾਗ ਦੇ ਅਥਰੂ ਆ ਡਿੱਗੇ ਹਨ। कहती थी जी मैं लेके ने कस दर्श को जाऊं। ਹੁਣ ਮਾਤਾ ਗੁਜਰ ਕੌਰ ਜੀ ਆਪਣੇ ਮਨ ਦੇ ਵਿੱਚ ਇਹ ਸੋਚਦੇ ਨੇ ਵੀ ਇਹਨਾਂ ਛੋਟੇ ਬੱਚਿਆਂ ਨੂੰ ਮੈਂ ਲੈ ਕੇ ਕਿਹੜੇ ਪਾਸੇ ਜਾਵਾਂ। बेटे को और बहाओ को या रब मैं कैसे पाऊं। ਆਪਣੇ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਨੋਹਾਂ ਮਾਤਾ ਸੁੰਦਰ ਕੌਰ ਤੇ ਮਾਤਾ ਜੀਤ ਕੌਰ ਜੀ ਨੂੰ ਮੈਂ ਕਿਵੇਂ ਮਿਲਣਾ ਕਰਾਂ। लखत जिगर के लाल जय दोनों कहाँ छपाऊं। ਤੇ ਇਹਨਾਂ ਦੋ ਜਿਗਰ ਦੇ ਟੋਟਿਆਂ ਨੂੰ ਮੈਂ ਕਿੱਥੇ ਲੁਕਾ ਕੇ ਰੱਖਣਾ ਕਰਾਂ। तुर्कों से राजपूतों से क्यों कर इन्हें बचाऊं। ਤੁਰਕਾਂ ਤੇ ਰਾਜਪਤਾਣਿਆਂ ਤੋਂ ਮੈਂ ਇਹਨਾਂ ਦੀ ਕਿਵੇਂ ਰੱਖਿਆ ਕਰਾਂ, ਕਿਵੇਂ ਬਚਾਉਣਾ ਕਰਾਂ ਜੀ। विपदा जिप्यो में यह क्या मुझ पे बढ़ गई। ਬਡੇਪੇ ਦੇ ਵਿੱਚ ਬਿਪਤਾ ਜੀ ਫਿਓ ਦਾ ਅਰਥ ਹੁੰਦਾ ਬਡੇਪੇ। ਇਸ ਬੁੱਢੀ ਉਮਰ ਦੇ ਵਿੱਚ ਬਡੇਪੇ ਦੇ ਵਿੱਚ ਇਹ ਮੁਸੀਬਤ ਮੇਰੇ ਤੇ ਜੋ ਪਈ ਹੈ। थी कौन सी घड़ी मैं पिसर से बिछड़ गई। ਤੇ ਉਹ ਕਿਹੜੀ ਘੜੀ ਸੀ ਜਦੋਂ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲੋਂ ਇਹ ਵਿਛੋੜਾ ਕੀਤਾ ਹੈ। बच्चों का साथ राख कठन सर पे साम है। ਇੰਨੇ ਨੂੰ ਜਿਹੜਾ ਸਮਾਂ ਉਹ ਸ਼ਾਮ ਦਾ ਹੋ ਗਿਆ, ਹਨੇਰਾ ਪੈ ਗਿਆ ਹੈ ਤੇ ਬੱਚਿਆਂ ਦੇ ਨਾਲ ਜਿਹੜਾ ਸਫ਼ਰ ਹੈ ਉਹ ਵੀ ਬੜਾ ਕਠਿਨ ਹੈ। सुनसान दस्त चार सूहू का मुकास है। ਚਾਰੇ ਪਾਸੇ ਸੁਨਸਾਨ ਹੈ। ਦਸਤ ਕਹਿੰਦੇ ਨੇ ਜੰਗਲ ਨੂੰ, 400 ਦਾ ਅਰਥ ਹੁੰਦਾ ਚਾਰੇ ਪਾਸ ਤੇ ਮੁਕਾਮ ਇਹਦਾ ਹੁੰਦਾ ਵੀ ਜਿੱਥੇ ਵੀ ਰੁਕਾਂਗੇ ਉੱਥੇ ਡਰ ਬਣੇਗਾ। ਮੁਕਾਮ ਦਾ ਅਰਥ ਡਰ ਹੈ। ਚਾਰੇ ਪਾਸੇ ਜੰਗਲ ਹੈ, ਜੰਗਲ ਬੜਾ ਸੰਘਣਾ ਹੈ ਤੇ ਜਿੱਥੇ ਵੀ ਰੁਕਾਂਗੇ ਉੱਥੇ ਡਰ ਬਣਿਆ ਹੈ ਜੀ। होता कहा पे देखिए सबू को क्या है। ਤੇ ਇਹ ਵੇਖੋ ਹੁਣ ਕੀ ਹੋਏਗਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਭਾਣਾ ਹੈ ਜੀ। आत्म है और कोई ना हम रहो गुलाम है। ਖਾਤਮ ਕਹਿੰਦੇ ਨੇ ਸੇਵਕ ਨੂੰ, ਨਾ ਕੋਈ ਹੁਣ ਨਾਲ ਸੇਵਕ ਹੈ ਤੇ ਨਾ ਕੋਈ ਨਾਲ ਹੋਰ ਤੁਰਨ ਵਾਲਾ ਗੁਲਾਮ ਹੈ ਜੀ। गंगूर सोया है फकत साथ रह गया। ਤੇ ਉਹਨੇ ਨੂੰ ਗੰਗੂ ਰਸੋਈਆ ਜਿਹੜਾ ਉਹ ਆਣ ਕੇ ਮਿਲ ਪਿਆ ਹੈ। ले दे के रहबरी को जय हयात रह गया। ਰਹਿ ਦੇ ਕੇ ਰਹਿਬਰੀ, ਰਹਿਬਰੀ ਕਹਿੰਦੇ ਨੇ ਰਸਤਾ ਵਿਖਾਉਣ ਵਾਲਾ ਤੇ ਹਯਾਤ ਕਹਿੰਦੇ ਨੇ ਅਫਸੋਸ। ਕਵੀਰਾਜ ਕਹਿੰਦਾ ਵੀ ਇਸ ਗੱਲ ਦਾ ਮੈਨੂੰ ਬੜਾ ਅਫਸੋਸ ਹੈ ਕਿ ਇਹ ਜਿਹੜਾ ਰਸਤਾ ਵਿਖਾਉਣ ਵਾਲਾ ਗੰਗੂ ਹੈ ਇਹੀ ਹੁਣ ਕੱਲਾ ਰਹਿ ਗਿਆ ਹੈ। ਹੋਰ ਕੋਈ ਚਾਰਾ ਨਹੀਂ, ਹੋਰ ਕੋਈ ਆਸਰਾ ਨਹੀਂ ਹੈ ਜੀ। आते थे शेर सामने गर्दन को डाल के। ਹੁਣ ਜਿਹੜੇ ਸ਼ੇਰ ਸੀ ਉਹ ਮਾਤਾ ਗੁਜਰ ਕੌਰ ਦੀ ਦੇ ਨਾਲ ਤੁਰ ਰਹੇ ਨੇ ਤੇ ਤੁਰ ਰਹੇ ਨੇ ਬੜੇ ਨੀਮੋ ਝਾਣੇ ਹੋ ਕੇ। ਇੱਥੇ ਕਈ ਕਵੀਆਂ ਨੇ ਲਿਖਿਆ, ਵੈਸੇ ਹੈ ਵੀ ਉਹ ਗੱਲ ਸੱਚੀ ਕਿ ਮਾਤਾ ਗੁਜਰ ਕੌਰ ਜੀ ਸਭ ਤੋਂ ਪਹਿਲੋਂ ਇੱਕ ਕੰਮੂ ਨਾਮ ਦਾ ਇਹ ਮਾਝੀ ਸੀਗਾ, ਪਾਣੀ ਦਾ ਆਦਿਕ ਦਾ ਕੰਮ ਕਰਦਾ ਸੀ। ਬਾਅਦ ਦੇ ਵਿੱਚ ਫਿਰ ਇਹਦਾ ਨਾਂ ਕਰਮ ਹੋਇਆ, ਕਰਮ ਸਿੰਘ ਹੋਇਆ। ਇਹਨੇ ਅੰਮ੍ਰਿਤ ਵੀ ਛਕ ਲਿਆ ਸੀ। ਇਹ ਜਿਹੜੀ ਰਾਤ ਸੀ ਪਿੱਛੇ ਜੋ ਗੁਜ਼ਰ ਗਈ ਏ 7 ਪੋਹ ਵਾਲੀ, ਉਹ ਰਾਤ ਮਾਤਾ ਜੀ ਇਹਨਾਂ ਦੀ ਝੁੱਗੀ ਦੇ ਵਿੱਚ ਰਹੇ ਨੇ। ਤੇ ਕੱਲ ਜੋ 8 ਪੋਹ ਏ, ਜਦੋਂ 8 ਪੋਹ ਵਾਲਾ ਦਿਨ ਹੋਇਆ ਉਦੋਂ ਫਿਰ ਗੰਗੂ ਮਿਲਿਆ ਏ। 8 ਪੋਹ ਵਾਲੀ ਜਿਹੜੀ ਰਾਤ ਏ ਉਹ ਮਾਤਾ ਜੀ ਗੰਗੂ ਦੇ ਘਰ ਰਹੇ ਨੇ ਤੇ ਫਿਰ ਅੱਗੇ 9 ਪੋਹ ਵਾਲੀ ਜਿਹੜੀ ਰਾਤ ਏ ਉਹ ਮਰਿੰਡੇ ਕਿਲੇ ਦੇ ਮਰਿੰਡੇ ਥਾਣੇ ਦੇ ਵਿੱਚ ਰਹੇ ਨੇ। 10 11 ਤੇ 12 ਪੋਹ ਜਿਹੜੀ ਇਹ 3 ਜਿਹੜੀਆਂ ਰਾਤਾਂ ਨੇ ਇਹ ਰਹੇ ਨੇ ਠੰਡੇ ਬੁਰਜ ਦੇ ਵਿੱਚ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਬਾਕੀ ਰਹਿੰਦਾ ਇਤਿਹਾਸ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਇਹ ਆਪ ਗੁਰੂ ਮਹਾਰਾਜ ਜੀ ਕਿਰਪਾ ਕਰਕੇ ਰਹਿਮਤ ਕਰਕੇ ਸੇਵਾ ਲੈ ਲੈਣਗੇ। ਅੱਜ ਦੇ ਲਈ ਸੰਗਤਾਂ ਨੇ ਇਤਨੀ ਕੁ ਸੇਵਾ ਜਿਹੜੀ ਪ੍ਰਵਾਨ ਕਰਨੀ। ਦੇਹੋ ਸੱਜਣ ਆਸੀਸੜੀਆ ਜੋ ਹੋਵੇ ਸਹਿਬ ਸਿਉ ਮੇਲ ਆਏ। ਪ੍ਰਭ ਸਰਨਾਗਤੀ ਕਿਰਪਾ ਨਿਧ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ।